ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਿਚਾਰ ਕਰਾਂਗੇ ਆਸਾ ਦੀ ਵਾਰ ਦੀ 9ਵੀਂ ਪੌੜੀ ਦਾ ਪਹਿਲਾ ਸ਼ਲੋਕ। ਇਹ ਸ਼ਲੋਕ ਬੜਾ ਪਪੂਲਰ ਹੈ ਔਰ ਜਿੱਦਾਂ ਮੈਂ ਪਹਿਲਾਂ ਵੀ ਕਈ ਵਾਰ ਕਿਹਾ, ਸੈਡ ਇਟ ਮੈਨੀ ਟਾਈਮਸ ਅਰਲੀਅਰ ਟੂ, ਕਿ ਕਈ ਵਾਰੀ ਗੁਰਬਾਣੀ ਦੀਆਂ ਕੁਝ ਲਾਈਨਸ, ਕੁਝ ਵਰਡਸ ਇਹੋ ਜਿਹੇ ਹੁੰਦੇ ਨੇ ਜੋ ਸਾਡੀ ਆਮ ਬੋਲਚਾਲ ਦੀ ਭਾਸ਼ਾ 'ਚ ਆ ਜਾਂਦੇ ਨੇ, ਹਿੱਸਾ ਬਣ ਜਾਂਦੇ ਨੇ ਉਹਦਾ। ਇਸੇ ਤਰ੍ਹਾਂ ਹੀ ਇਸ ਸ਼ਲੋਕ ਦੀਆਂ ਵੀ ਕੁਝ ਲਾਈਨਾਂ ਜਿਹੜੀਆਂ ਹੈਗੀਆਂ, ਕੁਝ ਪੰਕਤੀਆਂ ਐਸੀਆਂ ਨੇ ਵਿਚ ਹੈਵ gained a place in everyday talk in ਪੰਜਾਬੀ ਸੋਸਾਇਟੀ। ਪੰਜਾਬੀ ਸਮਾਜ ਦੇ ਵਿੱਚ ਰੋਜ਼ਾਨਾ ਦੀ ਬੋਲਚਾਲ 'ਚ ਕਿਤੇ ਨਾ ਕਿਤੇ ਇਹਦੀਆਂ ਤੁਕਾਂ ਜਿਹੜੀਆਂ ਉਹ ਸ਼ਾਮਲ ਹੋ ਜਾਂਦੀਆਂ ਨੇ। ਬਹੁਤ ਇੰਪੋਰਟੈਂਟ ਸ਼ਲੋਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ। ਇਸ ਕਰਕੇ ਅੱਜ ਵਾਲੀ ਵੀਡੀਓ ਜਿਹੜੀ ਹੈ ਇਹਨੂੰ ਪੂਰਾ ਜ਼ਰੂਰ ਦੇਖਣਾ। ਅਸੀਂ ਜਾਣਨਾ ਕਿ ਸਾਡਾ ਗੁਰੂ ਸਾਨੂੰ ਕੀ ਸਿਖਾ ਰਿਹਾ। ਦੇਰ ਇਜ਼ ਅ ਲੋਟ ਆਫ ਕਨਫਿਊਜ਼ਨਸ ਥਰੂ ਆਊਟ ਐਂਡ ਅਰਾਊਂਡ ਅਸ ਇਨ ਸਿੱਖ ਕਮਿਊਨਿਟੀ ਟੂ। ਅੱਜ ਉਸ ਕਨਫਿਊਜ਼ਨ ਨੂੰ ਅਸੀਂ ਗੁਰੂ ਨਾਨਕ ਸਾਹਿਬ ਦੇ ਗਿਆਨ ਦੇ ਨਾਲ, ਥਰੂ ਦ ਟੀਚਿੰਗ, ਥਰੂ ਦ ਵਿਜ਼ਡਮ, ਥਰੂ ਦ ਗਾਈਡੈਂਸ ਆਫ ਗੁਰੂ ਨਾਨਕ, ਲੈਟਸ ਟਰਾਈ ਟੂ ਫਾਈਂਡ ਆਊਟ ਆਂਸਰ ਟੂ ਸਮ ਕੁਐਸਚਨਸ, ਵੈਰੀ ਇੰਪੋਰਟੈਂਟ ਕੁਐਸਚਨਸ। ਪਹਿਲਾ ਕੁਐਸਚਨ ਤਾਂ ਇਹ ਹੈ ਕਿ ਕੀ ਸੱਚੀ 40 ਵਾਰੀ ਪਾਠ ਕਰਨ ਨਾਲ ਔਰ 108 ਵਾਰੀ ਪਾਠ ਕਰਨ ਨਾਲ ਔਰ 84 ਟਾਈਮਸ ਇਫ ਆਈ ਰੀਡ ਦਿਸ ਬਾਣੀ, ਸੋ ਸਮਥਿੰਗ ਮਿਰੈਕੂਲਸ ਇਜ਼ ਗੋਇੰਗ ਟੂ ਹੈਪਨ ਇਨ ਮਾਈ ਲਾਈਫ? ਇਜ਼ ਇਟ ਸੋ? क्योंकि गुरबाणी बार बार, not just a single time in आसा दी वार in the first श्लोक of 9th पौड़ी, again and again there you can find thousands of shabad in Gurbani which condemn, which discourage us to go towards this mechanical reading of scriptures। ਗੁਰਬਾਣੀ ਸਾਨੂੰ ਇਹ ਜੋ ਗਿਣਤੀਆਂ ਮਿਣਤੀਆਂ ਦੇ ਜਿਹੜੇ ਪਾਠ ਨੇ ਉਹਨਾਂ ਤੋਂ ਰੋਕਦੀ ਹੈ। ਹਜ਼ਾਰਾਂ ਹੀ ਸ਼ਬਦ ਐਸੇ ਗੁਰੂ ਗ੍ਰੰਥ ਸਾਹਿਬ 'ਚ ਨੇ, ਪਰ ਹੁੰਦਾ ਇਹ ਹੈ ਕਿ ਜਿਨ੍ਹਾਂ ਨੇ ਉਹ ਬਿਜ਼ਨਸ ਬਣਾਏ ਨੇ, ਜਿਨ੍ਹਾਂ ਨੇ ਉਹ ਰੀਤ ਚਲਾ ਲਈ ਹੈ, ਅਸੀਂ ਉਹਦੇ 'ਚ ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦੇ ਹਾਂ ਕਿ ਅਸੀਂ ਚਾਹ ਕੇ ਵੀ ਉਸ ਤੋਂ ਮਨਾ ਨਹੀਂ ਕਰ ਪਾਉਂਦੇ। ਸਾਨੂੰ ਲੱਗਦਾ ਕਿ ਖਰੇ ਜੇ ਇਸ ਚੀਜ਼ ਨੂੰ ਅਸੀਂ ਨਾ ਮੰਨਿਆ ਤੇ ਇਹ ਵੀ ਬੇਅਦਬੀ ਹੋ ਜਾਣੀ, ਇਹ ਵੀ ਡਿਸਰਿਸਪੈਕਟ ਹੋ ਜਾਣੀ। ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਦਾ ਉਪਦੇਸ਼, the teachings of the Guru, the wisdom of the Guru, if we do not understand and implement it in our life, ਜੇ ਅਸੀਂ ਗੁਰੂ ਦੀ ਕਈ ਗੱਲ ਨੂੰ ਸਮਝੀਏ ਨਾ ਤੇ ਨਾ ਹੀ ਆਪਣੀ ਲਾਈਫ 'ਚ ਅਮਲ 'ਚ ਲਿਆਈਏ, ਇਹੀ ਸਭ ਤੋਂ ਵੱਡੀ ਬੇਅਦਬੀ ਹੈ। ਇਸ ਤੋਂ ਵੱਡੀ ਬੇਅਦਬੀ, ਇਸ ਤੋਂ ਵੱਡੀ ਡਿਸਰਿਸਪੈਕਟ ਨਹੀਂ ਹੁੰਦੀ ਹੋਰ ਕੋਈ। we disrespect our Guru when we do something which is anti ਸਿੱਖੀ, which is anti ਗੁਰਬਾਣੀ। ਜੋ ਗੁਰਬਾਣੀ ਤੋਂ ਉਲਟਾ ਜਦੋਂ ਅਸੀਂ ਉਹ ਕਰਦੇ ਹਾਂ, ਉਦੋਂ ਅਸੀਂ ਬੇਅਦਬੀ ਕਰ ਰਹੇ ਹੁੰਦੇ ਹਾਂ। ਇਸ ਕਰਕੇ ਪਹਿਲਾਂ ਜਾਣੋ ਗੁਰੂ ਸਾਹਿਬ ਦੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ। ਕਿ ਘੰਟਿਆਂ ਬੱਧੀ ਜਾਂ ਦਿਨਾਂ ਬੱਧੀ ਲਗਾਤਾਰ ਬੈਠ ਕੇ ਇੱਕ ਚੌਂਕੜੇ 'ਚ ਜਾਂ 4 ਚੌਂਕੜਿਆਂ 'ਚ ਜਾਂ 100 ਵਾਰੀ ਪਾਠ ਜਾਂ 108 ਵਾਰੀ ਪਾਠ, ਕੀ ਇਹ ਜ਼ਰੂਰੀ ਹੈ? ਕਿ ਇਹ ਸਿੱਖੀ ਦਾ ਹਿੱਸਾ ਵੀ ਹੈ? ਕਿ ਗੁਰੂ ਨਾਨਕ ਸਾਹਿਬ ਇਸ ਨੂੰ ਮੰਨਦੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਕਰੀਏ? ਹੁਣ ਇਹ ਸ਼ਲੋਕ ਦਾ ਇੱਕ ਇਤਿਹਾਸ ਵੀ ਹੈ। ਦੇयर इज अ ਹਿਸਟਰੀ ਰਿਲੇਟਡ ਟੂ ਦਿਸ ਸ਼ਲੋਕ। ਇਟ ਇਜ਼ ਸੈਡ ਦੈਟ ਗੁਰੂ ਨਾਨਕ ਡਿਊਰਿੰਗ ਹਿਜ਼ ਟਰੈਵਲ ਟੂ ਕਸ਼ਮੀਰ, ਕਸ਼ਮੀਰ ਦੀ ਯਾਤਰਾ ਦੇ ਦੌਰਾਨ ਗੁਰੂ ਨਾਨਕ ਸਾਹਿਬ ਇੱਕ ਕਸਬੇ 'ਚ ਗਏ ਜਿਹਦਾ ਨਾਮ ਹੈ ਮਟਨ। ਅੱਜ ਕੱਲ੍ਹ ਉਹਨੂੰ ਮਟਨ ਸਾਹਿਬ ਕਿਹਾ ਜਾਂਦਾ। ਇਹ ਸ਼੍ਰੀਨਗਰ ਤੋਂ ਪਹਿਲਾਂ ਹੀ ਸੱਜੇ ਪਾਸੇ ਸੜਕ ਇੱਕ ਮੁੜਦੀ ਹੈ, ਉੱਧਰ ਜਾ ਕੇ ਅਨੰਤਨਾਗ ਵਿੱਚ ਆਉਂਦਾ ਹੈ। ਇੱਥੇ ਇੱਕ ਬਹੁਤ ਵੱਡਾ ਵਿਦਿਆਲਾ, ਇੱਕ ਸਕੂਲ ਵਾਜ਼ ਬੀਇੰਗ ਰਨ ਬਾਏ ਅ ਹਿੰਦੂ ਸਕਾਲਰ। ਉਹ ਜਿਹੜਾ ਸਕਾਲਰ ਸੀ ਉਹਦਾ ਇਹ ਸਕੂਲ ਸੀ ਬਹੁਤ ਵੱਡਾ, ਜਿੱਥੇ ਉਹ ਵੇਦ ਤੇ ਸ਼ਾਸਤਰ, ਧਰਮ ਗ੍ਰੰਥ ਪੜ੍ਹਾਉਂਦਾ ਸੀ। ਹੁਣ ਇੱਕ ਗੱਲ ਇਹ ਵੀ ਯਾਦ ਰੱਖਣ ਵਾਲੀ ਕਿ ਕਿਤੇ ਗੁਰੂ ਨਾਨਕ ਸਾਹਿਬ ਦੀ ਜਾਂ 10 ਗੁਰੂਆਂ 'ਚ ਕਿਸੇ ਦੀ ਵੀ ਕੋਈ ਡਿਸਕਸ਼ਨ ਜੇ ਕਿਸੇ ਹਿੰਦੂ ਨਾਲ ਜਾਂ ਮੁਸਲਿਮ ਨਾਲ ਹੋ ਰਹੀ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵਾਟ ਐਵਰ teachings or whatever discussion has happened over there with a Muslim mystic or a Hindu scholar or someone else, ਕਿ ਉਹ ਉਹਦੇ ਲਈ ਕਿਹਾ ਗਿਆ ਹੈ। ਗੁਰੂ ਅਮਰਦਾਸ ਦਾ ਥਰਡ ਨਾਨਕ ਹੀ ਸੇਜ਼, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਗਤ ਕਬੀਰ ਜੀ, if he is talking to a Hindu pandit, it doesn't mean that he is just giving him the teaching, ਕਿ ਉਹਦੀ ਗੱਲ ਹੋ ਰਹੀ ਹੈ ਕਿ ਉਹ ਇੱਦਾਂ ਕਰਦਾ, ਨਹੀਂ। it's applicable to all, ਸਾਰਿਆਂ ਦੇ ਉੱਤੇ ਅਪਲਾਈ ਹੁੰਦਾ ਹੈ। ਜਦੋਂ ਵੀ ਕੋਈ ਸਿਆਣਾ ਬੰਦਾ ਕੋਈ ਗੱਲ ਕਰਦਾ ਆ, ਉਹ ਐਪਲੀਕੇਬਲ ਸਾਰਿਆਂ 'ਤੇ ਹੁੰਦੀ ਹੈ। ਅਤੇ ਆਮ ਕਹਾਵਤ ਸਾਡੇ ਪੰਜਾਬੀ ਘਰਾਂ 'ਚ ਵੀ ਹੁੰਦੀਆਂ ਨੇ ਕਿ ਕਹਿਣਾ ਧੀ ਨੂੰ, ਸੁਣਾਉਣਾ ਨੂੰਹ ਨੂੰ। ਤੋ ਉਸੇ ਤਰ੍ਹਾਂ ਹੀ ਜਿਹੜਾ ਵੀ ਗਿਆਨ ਦੀ ਗੱਲ ਜਿਹੜੀ ਹੁੰਦੀ ਹੈ, ਜਦੋਂ ਆਪਣੇ ਘਰ 'ਚ 3 ਬੱਚੇ ਨੇ, ਅਸੀਂ ਜਦੋਂ ਕੋਈ ਗੱਲ ਸਮਝਾਉਣੀ ਹੋਵੇ, ਇੱਕ ਬੱਚੇ ਨੇ ਕੋਈ ਗਲਤੀ ਕੀਤੀ ਹੋਵੇ, ਅਸੀਂ ਤਿੰਨਾਂ ਨੂੰ ਲਾਗੇ ਬੁਲਾ ਲੈਂਦੇ ਹਾਂ। ਤੋ ਸੁਣਾ ਅਸੀਂ ਇੱਕ ਨੂੰ ਰਹੇ ਹਾਂ, ਪਰ ਨਾਲ ਦੇ ਨਾਲ ਬਾਕੀ ਤਿੰਨਾਂ ਨੂੰ ਵੀ, ਬਾਕੀ ਦੋਨਾਂ ਨੂੰ ਵੀ ਉਪਦੇਸ਼ ਜਿਹੜਾ ਆ ਉਹ
ਟੀਚਿੰਗ ਜਿਹੜੀ ਹੈ ਗਾਈਡੈਂਸ ਦਿੱਤੀ ਜਾ ਰਹੀ ਹੁੰਦੀ ਹੈ ਕਿ ਵੀ ਤੁਸੀਂ ਵੀ ਸਮਝ ਲੈਣਾ, ਬਿਕੋਜ਼ ਤੁਸੀਂ ਵੀ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਲਾਈਫ 'ਚ ਕਿਵੇਂ ਕਰਨੀ। ਇਸੇ ਤਰ੍ਹਾਂ ਹੀ ਗੁਰੂ ਦਾ ਉਪਦੇਸ਼ ਜਿਹੜਾ ਹੁੰਦਾ ਕਿਸੇ ਇੱਕ ਬੰਦੇ ਦੇ ਪ੍ਰਤੀ, ਕਿਸੇ ਇੱਕ ਧਰਮ ਦੇ ਪ੍ਰਤੀ ਨਹੀਂ ਹੁੰਦਾ, ਨਾ ਹੀ ਕਿਸੇ ਧਰਮ ਨੂੰ ਕ੍ਰਿਟੀਸਾਈਜ਼ ਕੀਤਾ ਹੈ ਗੁਰਬਾਣੀ ਦੇ ਵਿੱਚ। ਕੁਝ ਪ੍ਰੈਕਟਿਸਿਸ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਵੈਦਰ ਦੇ ਆਰ ਬੈਨੀਫਿਸ਼ੀਅਲ ਫॉर ਆਵਰ ਸਪਿਰਿਚੁਅਲ ਗਰੋਥ ਔਰ ਨਾਟ, ਕਿ ਸਿਰਫ ਉਹ ਰਿਚੁਅਲ ਤਾਂ ਨਹੀਂ ਜਿਹਦੇ ਚੋਂ ਨਿਕਲਿਆ ਕੱਖ ਨਹੀਂ, ਪਰ ਅਸੀਂ ਐਕਸਪਲੋਇਟ ਹੋ ਗਏ। ਅੱਜ ਲੜੀਆਂ ਚੱਲ ਰਹੀਆਂ ਨੇ ਅਖੰਡ ਪਾਠਾਂ ਦੀਆਂ, ਕਰੋ ਜੀ ਸਦਕੇ ਕਰੋ, ਪਰ ਉਹਦੇ ਚੋਂ ਨਿਕਲਿਆ ਕੀ ਹੈ, ਆਊਟਪੁੱਟ ਕੀ ਹੈ, ਉਹ ਵੀ ਦੇਖੋ। ਕੋਈ ਰੋਕ ਨਹੀਂ ਰਿਹਾ ਕਿਸੇ ਥਾਂ ਤੇ ਜਾ ਕੇ ਅਖੰਡ ਪਾਠ ਕਰਾਉਣਾ, ਜੀ ਸਦਕੇ ਕਰਾਓ, ਯੂ ਹੈਵ ਦ ਮਨੀ, ਯੂ ਵਾਂਟ ਟੂ ਪੇ ਦ ਮਨੀ ਟੂ ਦ ਪਾਰਟੀ ਸਿੰਗਸ, ਵੈਰੀ ਗੁੱਡ, ਦੇयर इज ਨਥਿੰਗ ਰੋਂਗ ਇਨ ਇਟ। ਬਟ ਆਫਟਰ ਆਲ ਦਿਸ, ਫॉर ਆਲ ਦੋਜ਼ ਈਅਰਸ ਜੋ ਇਹ ਚੱਲਿਆ, ਇਹਦਾ ਆਊਟਪੁੱਟ ਕੀ ਨਿਕਲਿਆ? ਆਓ ਗੁਰੂ ਨਾਨਕ ਸਾਹਿਬ ਤੋਂ ਅਸੀਂ ਅੱਜ ਇਹ ਜਿਹੜਾ 9ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ ਉਸ ਤੋਂ ਸਮਝਣ ਦੀ ਕੋਸ਼ਿਸ਼ ਕਰੀਏ। ਦ ਟਾਈਟਲ ਆਫ ਦ ਸ਼ਲੋਕ ਇਜ਼ ਸ਼ਲੋਕ ਮਹਲਾ ਪਹਿਲਾ। ਸ਼ਲੋਕ ਇਜ਼ ਅ poetic composition of usually 2 lines, but as I told you earlier too ਕਿ ਗੁਰਬਾਣੀ ਦੇ ਵਿੱਚ 2 ਤੋਂ ਵੱਧ ਪੰਕਤੀਆਂ ਵਾਲੇ ਵੀ ਸ਼ਲੋਕ ਹੈਗੇ ਨੇ, 2 ਪੰਕਤੀਆਂ ਦੇ ਹੁੰਦੇ ਜ਼ਿਆਦਾਤਰ, ਇੱਕ ਕਵਿਤਾ ਦਾ ਰੂਪ ਹੈ। ਮਹਿਲਾ ਪਹਿਲਾ ਤੋਂ ਭਾਵ ਇਹ ਪਹਿਲੇ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਇੱਕ ਚੀਜ਼ ਮੈਂ ਹੋਰ ਕਹਾਂ, ਕਈ ਲੋਕ ਮਹੱਲਾ ਕਹਿੰਦੇ, ਕਈ ਲੋਕ ਮਹਿਲਾ ਕਹਿੰਦੇ, ਕਈ ਲੋਕ ਮਹਲਾ ਕਹਿੰਦੇ। ਮਹਲਾ ਮੈਂ ਇਸ ਕਰਕੇ ਬੋਲਦਾ ਕਿਉਂਕਿ ਹਾਹੇ ਨੂੰ ਨਾ ਤਾਂ ਅੱਧਕ ਲੱਗਾ ਨਾ ਸਿਹਾਰੀ ਲੱਗੀ ਹੈ। ਜੇ ਸਿਹਾਰੀ ਲੱਗੀ ਹੁੰਦੀ ਮਹਿਲਾ ਹੁੰਦਾ, ਜੇ ਅੱਧਕ ਲੱਗਾ ਹੁੰਦਾ ਮਹੱਲਾ ਹੁੰਦਾ। ਸੋ ਜਦੋਂ ਤੱਕ ਜੋ ਮੈਨੂੰ ਸਮਝ ਆਉਂਦਾ ਮੈਂ ਮਹਿਲਾ ਕਹਿੰਦਾ ਆ। ਸੋ ਇਹਦੇ ਪਿੱਛੇ ਨਾ ਉਲਝੀਏ, ਇਹਦਾ ਮਤਲਬ ਸਿੰਪਲ ਹੈ, ਜੋ ਇਹਦਾ ਉਹ ਸਾਨੂੰ ਪਤਾ ਹੋਣਾ ਚਾਹੀਦਾ। ਮਹਿਲਾ ਪਹਿਲਾ ਤੋਂ ਭਾਵ ਦਾ ਫਰਸਟ ਗੁਰੂ ਨਾਨਕ, ਮਹਲਾ ਦੂਜਾ ਤੋਂ ਭਾਵ ਦਾ ਸੈਕੰਡ ਗੁਰੂ ਨਾਨਕ ਕਿ ਉਹਨਾਂ ਦਾ ਸ਼ਬਦ ਹੈ, ਮਹਲਾ 9ਵਾਂ ਤੋਂ ਭਾਵ ਦਾ 9th ਗੁਰੂ ਕਿ ਉਹਨਾਂ ਦਾ ਸ਼ਬਦ ਹੈ। ਇਸ ਤੋਂ ਬਾਅਦ ਇਸ 'ਤੇ ਕੋਈ ਖਾਸ ਬਹਿਸ ਸਾਨੂੰ ਨਹੀਂ ਕਰਨੀ ਚਾਹੀਦੀ, ਬਿਕੋਜ਼ ਆਵਰ ਕੰਸਰਨ ਇਜ਼ ਦ ਟੀਚਿੰਗ ਆਫ ਗੁਰੂ। ਜੋ ਗੁਰੂ ਦਾ ਸ਼ਬਦ ਹੈ ਉਹ ਟੀਚਿੰਗ ਜਿਹੜੀ ਹੈ ਉਹ ਸਾਡੇ ਲਈ ਮੇਨ ਹੋਣੀ ਚਾਹੀਦੀ ਹੈ। ਤੁਸੀਂ ਮਹੱਲਾ ਬੋਲਣਾ ਆ, ਮਹਿਲਾ ਬੋਲਣਾ ਆ, ਮਹਿਲਾ ਬੋਲਣਾ ਆ, ਇਹ ਬਾਅਦ ਦੀਆਂ ਗੱਲਾਂ ਨੇ। ਇਹਦੇ ਹੁੰਦਾ ਪਤਾ ਕੀ ਹੈ ਕਿ ਮੋਸਟਲੀ ਅਸੀਂ ਇਹਨਾਂ ਚੀਜ਼ਾਂ ਦੀ ਬਹਿਸ ਹੀ ਸਮਾਂ ਗੁਜ਼ਾਰ ਲੈਂਦੇ ਹਾਂ। ਖੈਰ ਚਲੋ ਅਸੀਂ ਸ਼ਬਦ ਵੱਲ ਵਧੀਏ। ਦਿਸ ਸ਼ਲੋਕ ਇਜ਼ ਬਾਏ ਦ ਫਰਸਟ ਨਾਨਕ, ਧੰਨ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਹੈ। ਤਾਂ ਪਹਿਲੀ ਪੰਕਤੀ ਹੈ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਐ ਸਾਥ। ਪੜ੍ਹ ਹੁੰਦਾ ਆ ਰੀਡ ਕਰਨਾ, ਰੀਡਿੰਗ ਕਰਨੀ, ਸਾਨੂੰ ਸਾਰਿਆਂ ਨੂੰ ਪਤਾ ਹੈ। ਕੁਝ ਪੜ੍ਹਨਾ, ਕੋਈ ਕਿਤਾਬ ਲੈ ਕੇ ਪੜ੍ਹਨਾ, ਕੋਈ ਗ੍ਰੰਥ ਲੈ ਕੇ ਪੜ੍ਹਨਾ, ਕੋਈ ਪਾਠ ਪੜ੍ਹਨਾ। ਅਸੀਂ ਹੌਲੀ ਹੌਲੀ ਵਰਡ ਬਣਾ ਲਿਆ ਪਾਠ। ਤੋ ਪਾਠ ਜੇ ਦੋਜ਼ ਹੂ ਹੈਵ ਗੋਨ ਟੂ ਇੰਡੀਅਨ ਸਕੂਲਸ ਈਦਰ ਇਨ ਹਿੰਦੀ ਬੁੱਕਸ ਔਰ ਇਨ ਪੰਜਾਬੀ ਬੁੱਕਸ, ਤੁਸੀਂ ਦੇਖੋਗੇ ਕਿ ਜਦੋਂ ਅਸੀਂ ਪੰਜਾਬੀ ਦੀ ਕੋਈ ਕਿਤਾਬ ਜਾਂ ਸਾਇੰਸ ਦੀ ਜਾਂ ਮੈਥ ਦੀ ਵੀ ਕੋਈ ਕਿਤਾਬ, ਉੱਥੇ ਲਿਖਿਆ ਹੁੰਦਾ ਪਾਠ 1, ਪਾਠ 1, ਪਾਠ 2। ਤੋ ਇੰਗਲਿਸ਼ 'ਚ ਪਾਠ ਹੁੰਦਾ ਲੈਸਨ। ਸੋ ਪਾਠ ਇਜ਼ ਦ ਲੈਸਨ, ਵਾਟ ਯੂ ਲਰਨ ਫਰਮ ਦੈਟ ਥਿੰਗ ਵਿਚ ਇਜ਼ ਗਿਵਨ ਓਵਰ ਦੇਅਰ, ਔਰ ਚੈਪਟਰ। ਤੋ ਪਾਠ ਪੜ੍ਹਨ ਵਾਸਤੇ ਹੁੰਦੇ ਨੇ। ਪੜ੍ਹ ਹੁੰਦਾ ਆ ਰੀਡ ਕਰਨਾ, ਪੜ੍ਹ ਕੇ, ਅੜਾੜੇ ਨੂੰ ਸਿਹਾਰੀ ਹੈ। ਗੱਡੀ ਲੱਦੀ ਹੈ, ਗੱਡੀਆਂ ਦੀ ਗੱਡੀਆਂ ਭਰ ਲਈਏ ਅਸੀਂ, ਇੰਨੀਆਂ ਕਿਤਾਬਾਂ ਪੜ੍ਹ ਲਈਏ। ਔਰ ਉਹ ਕਿਤਾਬਾਂ ਸਿਰਫ ਇਹ ਨਹੀਂ ਕਿ ਬਾਹਰ ਦੀ ਗੱਲ ਹੋ ਰਹੀ ਹੈ ਕਿ ਭਈ ਸਕੂਲ ਕਾਲਜਾਂ ਵਾਲੇ ਪੜ੍ਹਾਈ ਜਿਹੜੀ ਹੈ, ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਕਥਾਵਾਚਕ ਜਾਂ ਕੋਈ ਹੋਰ, ਅਤੇ ਆਹ ਜਿਹੜੀਆਂ ਡਿਗਰੀਆਂ ਤੁਸੀਂ ਲੈਂਦੇ ਫਿਰਦੇ ਹੋ, ਇਹ ਤਾਂ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਨਹੀਂ। ਇੱਥੇ ਖਾਸ ਕਰ ਗੁਰਬਾਣੀ ਵਿੱਚ ਜਦੋਂ ਪੜ੍ਹਨ ਦੀ ਗੱਲ ਆ ਰਹੀ ਹੈ ਅਤੇ ਉਹ ਧਰਮ ਗ੍ਰੰਥਾਂ ਦੀ ਆ ਰਹੀ ਹੈ। ਪਰ ਫਿਰ ਵੀ ਆਪਾਂ ਇਹਨੂੰ ਸਾਰੇ ਪਾਸੇ ਲਾਈਏ, ਕਿਉਂਕਿ ਇਹ ਸ਼ਲੋਕ ਜਿਹੜਾ ਹੈ ਉਸ ਵੇਲੇ ਉਸ ਪੰਡਤ ਦੇ ਨਾਲ ਚਰਚਾ ਕਰਦੇ ਹੋਏ, ਡਿਸਕਸ਼ਨ ਕਰਦੇ ਹੋਏ ਗੁਰੂ ਸਾਹਿਬ ਦੱਸ ਰਹੇ ਨੇ ਕਿ ਤੁਸੀਂ ਇੰਨੇ ਸਾਰੇ ਗ੍ਰੰਥ ਆਪਾਂ ਪੜ੍ਹ ਵੀ ਲਈਏ, ਜੇ ਮੇਰੇ ਮਨ 'ਚ ਇਹ ਆ ਜਾਏ ਕਿ ਮੈਂ ਇੰਨੇ ਗ੍ਰੰਥ ਪੜ੍ਹ ਲਏ ਨੇ, ਆਲ ਦੀਜ਼ ਸਕ੍ਰਿਪਚਰਸ, ਆਲ ਦੀਜ਼ ਰਿਲੀਜੀਅਸ ਬੁੱਕਸ, ਹੋਲੀ ਬੁੱਕਸ, ਉਹ ਕਿਸੇ ਵੀ ਧਰਮ ਦੀਆਂ ਹੋ ਸਕਦੀਆਂ, ਸਿਰਫ ਇੱਕ ਨੂੰ ਟਾਰਗੇਟ ਨਾ ਕਰਿਓ। ਤਾਂ ਪੜ੍ਹ ਗੱਡੀ ਲੱਦੀਏ, ਗੱਡੀਆਂ ਭਰ ਲਵੋ, ਇੰਨੀਆਂ ਕਿਤਾਬਾਂ ਤੁਸੀਂ ਪੜ੍ਹ ਲਵੋ। ਟਰੱਕ ਲੋਡਸ ਆਫ ਬੁੱਕਸ ਯੂ ਮੇ ਰੀਡ, ਹੋਲੀ ਬੁੱਕਸ, ਸਕ੍ਰਿਪਚਰਸ, ਸਾਇੰਸ, ਟੈਕਨੋਲੋਜੀ, ਮੈਥਮੈਟਿਕਸ, ਵਟ ਐਵਰ, ਪੜ੍ਹ ਲਵੋ। ਪੜ੍ਹ ਭਰੀਏ ਸਾਥ, ਸਾਥ ਹੋ ਗਿਆ, ਬੜੇ ਵੱਡੇ ਹੀਪਸ ਭਰ ਲਏ, ਫਿਲ ਕਰ ਲਏ, ਜਿਹੜੇ ਟੋਏ ਪੁੱਟ ਕੇ ਉਹਨਾਂ 'ਚ ਰੱਖ ਲਿਆ, ਕੁਛ ਕਰ ਲਿਆ। ਤੋ ਵੀ ਮੇ ਰੀਡ ਟਰੱਕ ਲੋਡਸ ਐਂਡ ਹੀਪਸ ਆਫ ਬੁੱਕਸ ਆਫ ਆਲ ਕਾਈਂਡਸ। ਮੈਂ ਇੱਥੇ ਆਲ ਕਾਈਂਡਸ ਇਸ ਲਈ ਲਿਖਿਆ ਆ ਕਿ ਕਿਤੇ ਇਹ ਨਾ ਲੱਗੇ ਕਿ ਸਿਰਫ ਹੋਰ ਕਿਤਾਬਾਂ ਦੀ ਗੱਲ ਹੋ ਰਹੀ ਹੈ। ਜਨਰਲ ਟੂ ਹੋਲੀ ਸਕ੍ਰਿਪਚਰਸ, ਐਨੀਥਿੰਗ। ਪੜ੍ਹਾਈ ਬੜੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਪੜ੍ਹਨਾ ਬਹੁਤ ਜ਼ਰੂਰੀ ਹੈ। ਕਿਸੇ ਨੇ ਬੜਾ ਸੋਹਣਾ ਲਿਖਿਆ ਪੰਜਾਬੀ 'ਚ, ਕੁਝ ਪੜ੍ਹ ਕੇ ਸੌਂ, ਕੁਝ ਲਿਖ ਕੇ ਸੌਂ, ਜਿੱਥੋਂ ਜਾਗਿਆ ਸੀ ਸਵੇਰੇ ਉੱਥੋਂ ਅੱਗੇ ਵੱਧ ਕੇ ਸੌਂ। ਪੜ੍ਹਨਾ ਬਹੁਤ ਜ਼ਰੂਰੀ ਹੈ, ਲਿਖਣਾ ਬਹੁਤ ਜ਼ਰੂਰੀ ਹੈ। ਪਰ ਕੀ ਪੜ੍ਹਨਾ ਹੀ
सब कुछ है। क्योंकि इस श्लोक के अखीर में जाके गुरु नानक साहब अपनी गल दसते हैं कि मैं क्यों ये गल कर रहा कि कई लोग सिर्फ पढ़ते पढ़ते ही उम्र लंघा गए कि इन्नी बार यह वाले पाठ कर ले, इन्नी बारी यह वाला ग्रंथ पढ़ लिया मैं, वो जी हौमे सिर नूं चढ़न लग गई कि मैं तो गड्डियां दी गड्डियां पाठ कर लिया, इन्नियां किताबां पढ़ चुकिया, मैं इन्ने ग्रंथ पढ़ चुके हैं। तो असी गड्डियां भर लईए, असी साथ पूरे लद के लै चलीए इन्नियां किताबां अपने नाल कि इन्नियां पढ़ लियां ने, वो कोई भी हो सकती हैं, फ्रॉम जर्नल टू होली स्क्रिप्चर्स। पढ़ पढ़ बेड़ी पाई है, पढ़ पढ़ गड्डीए खात। अगेन दिस लाइन ऑल्सो गुरु नानक साहब इस लाइन दे विच भी यही कि किन्ना कोई पढ़े, किन्ना पढ़ लवे, बेअंत किताबां पढ़ियां जाण। बेड़ी हुंदी है, किश्ती नूं कहंदे आ, बोट और शिप कंटेनर्स कह लो अजकल दी लैंगुएज दे विच, कि जिवें वो शिपिंग कंटेनर्स आउंदे वड्डे वड्डे पोर्ट ते आके लगदे आ, फिर तुसीं देखदे हो हर जगह समान जांदा आ। गड्डीए खात, खात मतलब खित्ते भर ले जाण, जिद्दां किला हो गया, आ पूरा साडी पैली हैगी जी, पूरीਆਂ विछातीਆਂ जाण, इन्नियां किताबां मैं पढ़ लईआं। फिल इन एकर्स, एकर्स ऑफ लैंड, आई मे रीड सो मैनी बुक्स दैट आई कैन फिल ऑल दोज एकर्स, ਉਹ ਮੈਂ ਉੱਥੇ ਗੱਡ ਲਵਾਂ ਸਾਰੀਆਂ, ਇੰਨੀਆਂ ਕਿਤਾਬਾਂ ਪੜ੍ਹ ਲਵਾਂ। ship containers, see here, we may read so much of religious texts that can fill shipment containers and acres of land। ਕਈ ਵਾਰ ਆਪਾਂ ਦੇਖਦੇ ਕਈ ਲੋਕੀ ਕਿਤਾਬਾਂ ਬਹੁਤ ਸਾਰੀਆਂ ਰੱਖੀਆਂ ਹੋਈਆਂ, ਬਹੁਤ ਸਾਰੀਆਂ ਪੜ੍ਹ ਚੁੱਕੇ ਹੈ, ਧਾਰਮਿਕ ਕਿਤਾਬਾਂ ਵੀ ਬੜੀਆਂ ਪੜ੍ਹ ਲਈਆਂ ਨੇ, ਬੜਾ ਗਿਆਨ ਮੈਂ ਸੁਣਾ ਰਿਹਾ ਸਟੇਜ ਤੇ ਬੈਠ ਕੇ, ਪਰ ਲਾਈਫ 'ਚ ਕੀ ਰਿਫਲੈਕਟ ਹੋ ਰਿਹਾ ਉਧਰ ਵੱਲ ਧਿਆਨ ਨਹੀਂ ਹੈ। ਇਹ ਸ਼ਲੋਕ ਇੱਥੇ ਕਿਉਂ ਆਇਆ? ਕਿਉਂਕਿ ਪਿਛਲੀ ਪੌੜੀ ਦਾ ਜਿਹੜਾ ਦੂਜਾ ਸ਼ਲੋਕ ਸੀ, ਸ਼ਾਇਦ ਜੇ ਤੁਸੀਂ ਉਹ ਪਿਛਲੀ ਵੀਡੀਓ ਜਾ ਕੇ ਚੈੱਕ ਕਰੋਗੇ ਤਾਂ ਤੁਹਾਨੂੰ ਯਾਦ ਆਏਗਾ, ਗੁਰੂ ਨਾਨਕ ਸਾਹਿਬ ਨੇ ਉੱਥੇ ਅਲੱਗ-ਅਲੱਗ ਮਤ ਦੱਸੇ ਸੀ ਕਿ ਕਈਆਂ ਨੂੰ ਲੱਗਦਾ ਕਿ ਖਰੇ ਪੜ੍ਹੀਏ ਪਾਠ ਪੁਰਾਣ, ਬਾਹਰੋਂ ਪੁਰਾਣਾਂ ਦਾ, ਧਾਰਮਿਕ ਗ੍ਰੰਥਾਂ ਦਾ ਪਾਠ ਪੜ੍ਹ ਕੇ ਕਿਤੇ ਰੱਬ ਨੂੰ ਮੈਂ ਖੁਸ਼ ਕਰ ਲਾਂਗਾ। ਤੋ ਉਹ ਸ਼ਲੋਕ ਆਪਾਂ ਜ਼ਰੂਰ ਇੱਕ ਵਾਰ ਸੁਣੋ, ਫਿਰ ਇੱਥੇ ਆਇਓ ਕਿ ਪੜ੍ਹਨ ਦੀ ਗੱਲ ਇਸ ਸ਼ਲੋਕ ਵਿੱਚ ਕਿਉਂ ਸ਼ੁਰੂ ਕੀਤੀ ਹੈ। ਕਿ ਕਿਸੇ ਨੂੰ ਲੱਗ ਰਿਹਾ ਕਿ ਮੈਂ ਪੜ੍ਹ ਕੇ ਬੋਟ ਲੋਡਸ ਲਾਈਕ ਆਲ ਦੋਜ਼ ਸ਼ਿਪਮੈਂਟਸ ਭਰ ਲਵਾਂ, ਇੰਨਾ ਕੁਛ, ਇੰਨੀਆਂ ਕਿਤਾਬਾਂ ਧਰਮ ਦੀਆਂ, ਇੰਨੇ ਗਿਆਨ ਦੀਆਂ ਕਿਤਾਬਾਂ ਮੈਂ ਪੜ੍ਹ ਲਈਆਂ ਜਾਂ ਪੜ੍ਹ ਲਵਾਂ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਬਰਸ ਹੁੰਦਾ ਸਾਲ, ਈਅਰਸ, ਮਾਸ ਹੁੰਦੇ ਮਹੀਨੇ, ਮੰਥਸ। ਤਾਂ ਵੀ ਮੈਂ ਰੀਡ ਹੋਲੀ ਸਕ੍ਰਿਪਚਰਸ ਫॉर ਈਅਰਸ ਐਂਡ ਮੰਥਸ, ਸਾਲਾਂ ਦੇ ਸਾਲ, ਮਹੀਨਿਆਂ ਦੇ ਮਹੀਨੇ। ਕਈ ਵਾਰ ਕਈ ਪੁੱਛ ਲੈਂਦੇ ਭਾਈ ਸਾਹਿਬ ਸਹਿਜ ਪਾਠ ਕਿੰਨੇ ਦਿਨਾਂ 'ਚ ਕਰਨਾ ਚਾਹੀਦਾ, ਕਿੰਨੇ ਦਿਨਾਂ 'ਚ ਭੋਗ ਪਾ ਦੇਣਾ ਚਾਹੀਦਾ? ਮੈਨੂੰ ਹਾਸਾ ਵੀ ਆਉਂਦਾ ਹੈ ਅਤੇ ਤਰਸ ਵੀ ਆਉਂਦਾ। ਆਈ ਫਾਈਂਡ ਇਟ ਫਨੀ ਟੂ ਐਜ਼ ਵੈਲ ਐਜ਼ ਕੰਸਰਨਿੰਗ। ਅਸੀਂ ਇੰਨੇ ਕਾਲੇ ਕਿਉਂ ਆ ਭੋਗ ਪਾਉਣ 'ਚ? ਸਾਨੂੰ ਕੀ ਕਾਹਲੀ ਹੈ ਕਿ ਬਸ ਫਿਨਿਸ਼ ਕਰਨਾ ਛੇਤੀ ਛੇਤੀ? ਡੋਂਟ ਰਨ ਟੂ ਫਿਨਿਸ਼ ਵੈਨ ਯੂ ਰੀਡ। ਰੀਡਿੰਗ ਜਿਹੜੀ ਹੈ ਉਹ ਸਮਝਣ ਵਾਸਤੇ ਹੋਣੀ ਚਾਹੀਦੀ ਹੈ। ਥੋੜ੍ਹਾ ਪੜ੍ਹੋ, ਬਹੁਤਾ ਪੜ੍ਹੋ, ਜਿੰਨਾ ਪੜ੍ਹਨਾ ਭਾਵੇਂ ਪੜ੍ਹ ਗੱਡੀ ਲੱਦੀ ਹੈ, ਪਰ ਉਹ 'ਚੋਂ ਸਮਝ ਕਿੰਨੀ ਕੁ ਲਈ ਹੈ ਉਹ ਜ਼ਰੂਰੀ ਹੈ। ਬਹੁਤੀ ਵਾਰ ਸਾਡੀ ਕੋਸ਼ਿਸ਼ ਇਹੀ ਰਹਿ ਜਾਂਦੀ ਹੈ ਕਿ ਮੈਂ ਫਟਾਫਟ ਇਹਨੂੰ ਮੁਕਾਵਾਂ ਔਰ ਇਹਨੂੰ ਖਤਮ ਕਰਾਂ, ਫਿਰ ਮੈਂ ਅਗਲਾ ਕਰ ਲਵਾਂ। ਔਰ ਜੇ ਤੁਸੀਂ ਸਹੀ ਮਾਇਨਿਆਂ 'ਚ ਦੇਖੋਗੇ ਤਾਂ ਉਹ ਆਪਣੀ ਈਗੋ ਨੂੰ ਫੀਡ ਕਰਨ ਵਾਲੀ ਗੱਲ ਹੁੰਦੀ। ਮੈਂ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਕਰਾਂ ਸੋ ਦੈਟ ਪੀਪਲ ਮੇ ਅਪਰੂਵ ਕਿ ਹਾਂ ਇਹਨੇ ਤਾਂ ਇੰਨੇ ਪਾਠ ਕਰ ਲਏ, ਇਹਨੇ ਤਾਂ ਇੰਨੇ ਗ੍ਰੰਥ ਪੜ੍ਹ ਲਏ, ਇਜ਼ਨਟ ਇਟ? ਕਦੀ ਸੋਚ ਕੇ ਦੇਖਿਓ, ਜ਼ਿਆਦਾਤਰ ਹੁੰਦਾ ਇਹੀ ਹੈ। ਇਹ ਰੇਸ ਕਿਉਂ ਲੱਗੀ ਹੋਈ ਹੈ? ਕਿਹੜੀ ਡਿਗਰੀ ਅਸੀਂ ਹਾਸਲ ਕਰਨੀ ਹੈ? ਡਿਗਰੀ ਤੋਂ ਯਾਦ ਆਇਆ ਕਈਆਂ ਨੇ ਯੂਨੀਵਰਸਿਟੀ ਖੋਲ੍ਹੀਆਂ, ਬ੍ਰਹਮ ਗਿਆਨ ਦੀ ਡਿਗਰੀ ਦਿੰਦੇ, ਖੈਰ ਅਲੱਗ ਵਿਸ਼ਾ। ਪਰ ਗੁਰੂ ਨਾਨਕ ਸਾਹਿਬ ਸਾਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਪੜ੍ਹਨਾ ਬਹੁਤ ਜ਼ਰੂਰੀ ਹੈ, ਇਟਸ ਵੈਰੀ ਇੰਪੋਰਟੈਂਟ ਟੂ ਰੀਡ ਸਮਥਿੰਗ ਡੇਲੀ। ਪਰ ਕਿੰਨਾ ਪੜ੍ਹ ਰਹੇ ਹੋ ਤੁਸੀਂ ਔਰ ਕਿਸ ਪਰਪਜ਼ ਨਾਲ ਪੜ੍ਹ ਰਹੇ ਹੋ? ਤਾਂ ਕੋਈ truckloads of books you are reading, all those kind of books, all those spiritual texts, religious texts, ਸਾਲਾਂ ਦੇ ਸਾਲ, ਮਹੀਨੇ ਦੇ ਮਹੀਨੇ ਪੜ੍ਹੇ ਜਾ ਰਹੇ ਨੇ, ਪਰ ਨਿਕਲ ਕੇ ਕੀ ਆ ਰਿਹਾ? ਲੁੱਕ ਅਰਾਊਂਡ ਦ ਵਰਲਡ ਸਾਧ ਸੰਗਤ, so many religious scriptures throughout the world, almost every faith claims ਕਿ ਸਾਡਾ ਜਿਹੜਾ ਧਾਰਮਿਕ ਗ੍ਰੰਥ ਹੈ ਰੱਬ ਨੇ ਲਿਖਿਆ। ਹਰ ਕੋਈ ਇਹੀ ਕਹਿੰਦਾ, ਹਰ ਕੋਈ ਇੱਕ ਨਹੀਂ। ਤੋ ਹਰ, ਔਰ ਇਹ ਹੋਣਾ ਵੀ ਚਾਹੀਦਾ, ਇੰਨਾ ਮਾਣ ਸਾਰਿਆਂ ਨੂੰ ਹੋਣਾ ਵੀ ਚਾਹੀਦਾ। ਵੀ ਸ਼ੁੱਡ ਗਿਵ ਦੈਮ ਦੈਟ ਫਰੀਡਮ ਟੂ ਐਵਰੀਵਨ। ਈਵਨ ਸਾਨੂੰ ਵੀ ਲੱਗਦਾ ਹੈ ਕਿ ਅਸੀਂ ਵੀ, ਸਾਡੇ ਕਹਿਣ ਵਾਲੇ ਵੀ ਕਹਿ ਦਿੰਦੇ ਨੇ ਕਿ ਧੁਰ ਕੀ ਬਾਣੀ, ਇਹ ਅਕਾਲ ਪੁਰਖ ਵੱਲੋਂ ਉੱਪਰੋਂ ਆਈ ਹੈ ਬਾਣੀ। ਬਿਲਕੁਲ ਅਕਾਲ ਪੁਰਖ ਤੋਂ ਆਈ ਹੈ, ਪਰ ਉੱਪਰੋਂ ਨਹੀਂ। ਉਹਨਾਂ ਭਗਤਾਂ ਗੁਰੂ ਸਾਹਿਬ ਦੇ ਅੰਦਰੋਂ ਆਈ ਹੈ, ਧੁਰ ਮਤਲਬ ਅੰਦਰੋਂ, ਉਹਨਾਂ ਦੇ ਅੰਦਰੋਂ ਨਿਕਲੀ ਹੈ, ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ, ਜਿਨ੍ਹਾਂ ਦੇ ਅੰਦਰ ਗਿਆਨ ਪ੍ਰਗਟ ਹੋਇਆ, ਜਿਨ੍ਹਾਂ ਦੇ ਅੰਦਰ ਗੁਰੂ ਪ੍ਰਗਟ ਹੋਇਆ,
ਉਹਨਾਂ ਦੇ ਮੁੱਖੋਂ ਫਿਰ ਇਹ ਬਾਣੀ ਨਿਕਲੀ ਹੈ, ਉਹਨਾਂ ਦੇ ਧੁਰ ਚੋਂ ਨਿਕਲੀ ਹੈ। ਖੈਰ, ਉਹ ਜਿਹੜੀ ਪੜ੍ਹਾਈ ਹੈ ਇਹ ਕਿੰਨੀ ਪੜ੍ਹੀ ਜਾਵੇ, ਕਿੱਥੋਂ ਤੱਕ ਪੜ੍ਹੀ ਜਾਏ, ਇਹਦਾ ਪੜ੍ਹਨ ਦਾ ਪਰਪਸ ਕੀ ਹੈ, ਇਹਦਾ ਪੜ੍ਹਨ ਦਾ ਅਸਲੀ ਸਵਾਦ ਕੀ ਹੈਗਾ, ਕਿਉਂ ਪੜ੍ਹਨੀ ਅਸੀਂ, ਇਹ ਸਾਨੂੰ ਨਹੀਂ ਪਤਾ। ਤੋ ਜੇ ਅਸੀਂ ਉਹਨਾਂ ਧਾਰਮਿਕ ਕਿਤਾਬਾਂ ਨੂੰ ਸਿਰ ਤੇ ਰੱਖ ਲਿਆ ਕਿ ਮੈਂ ਇੰਨੀਆਂ ਪੜ੍ਹ ਲਈਆਂ, ਮੈਂ ਇੰਨੀ ਵਾਰੀ ਪੜ੍ਹ ਲਿਆ, ਤੇ ਗੁਰੂ ਨਾਨਕ ਸਾਹਿਬ ਇੱਥੇ ਕਹਿ ਰਹੇ ਨੇ ਤੁਸੀਂ ਸਾਲਾਂ ਦੇ ਸਾਲ ਪੜ੍ਹ ਲਓ। ਯੂ ਮੇ ਰੀਡ ਆਲ ਦੋਜ਼ ਹੋਲੀ ਸਕ੍ਰਿਪਚਰਸ, ਆਲ ਦੋਜ਼ ਗ੍ਰੰਥਸ ਫॉर ਈਅਰਸ ਐਂਡ ਮੰਥਸ। ਉਹਦੇ ਚੋਂ ਨਿਕਲਿਆ ਕੀ ਹੈ? ਇੰਨੀਆਂ ਬੁੱਕਸ, ਇੰਨੇ ਧਾਰਮਿਕ ਗ੍ਰੰਥ ਪੜ੍ਹ ਕੇ ਵੀ, ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਦੇਰ ਸੋ ਮੈਨੀ ਰਿਲੀਜੀਅਸ ਸਕ੍ਰਿਪਚਰਸ ਅਰਾਊਂਡ ਦ ਵਰਲਡ ਫॉर ਥਾਊਜ਼ੈਂਡਸ ਆਫ ਈਅਰਸ ਨਾਓ। ਇੰਨੇ ਧਰਮ ਨੇ, ਇੰਨੇ ਧਰਮ ਗ੍ਰੰਥ ਨੇ, ਫਿਰ ਵੀ ਕਿੰਨੀ ਨਫ਼ਰਤ ਹੈ, ਫਿਰ ਵੀ ਕਿੰਨੀ ਲੜਾਈ ਹੈ, ਫਿਰ ਵੀ ਕਿੰਨੀ ਅਗਿਆਨਤਾ ਆ, isn't it? ਇੰਨੀਆਂ ਕਿਤਾਬਾਂ ਦੇ ਹੋਣ ਦੇ ਬਾਅਦ ਵੀ why are we still ignorant fools fighting with each other on the name of religion, faith, teachings? ਔਰ ਹੈਰਾਨੀ ਤੇ ਉਦੋਂ ਹੁੰਦੀ ਹੈ ਕਿ ਜਦੋਂ ਅਸੀਂ ਇਸ ਚੀਜ਼ ਤੇ ਲੜ ਰਹੇ ਹੁੰਦੇ ਕਿ ਮੇਰਾ ਧਰਮ ਗ੍ਰੰਥ ਤੇਰੇ ਧਰਮ ਗ੍ਰੰਥ ਨਾਲੋਂ ਜ਼ਿਆਦਾ ਚੰਗਾ ਆ। ਤੋ ਉਹ ਕਿਤਾਬ ਜਿਹਨੂੰ ਪੜ੍ਹ ਕੇ, ਉਹ ਗ੍ਰੰਥ ਜਿਹਨੂੰ ਪੜ੍ਹ ਕੇ, that book which after reading we should have gained love, we should have gained compassion, we should have gained brotherhood, ਉਹੀ ਕਿਤਾਬ ਸਾਡੇ ਲੜਾਈ ਦਾ ਪਰਪਸ ਬਣ ਗਈ। ਇਹੋ ਜਿਹੀ ਪੜ੍ਹਾਈ ਦਾ ਕੀ ਫਾਇਦਾ ਹੋਇਆ ਜਿਹੜਾ ਲੜਾ ਰਹੀ ਸੀ? ਇਹਦਾ ਮਤਲਬ ਉਹਨਾਂ ਧਰਮ ਗ੍ਰੰਥਾਂ ਨੂੰ ਸਿਰਫ ਰੀਡ ਕੀਤਾ ਗਿਆ ਹੈ। We are going through all those books. Remember this. There are two different phrases in English. ਇੱਕ ਹੁੰਦਾ going through. So we are going through all those religious scriptures. We are not growing through those scriptures. ਉਹ ਕੋਈ ਵੀ ਹਿੰਦੂ ਧਰਮ ਦਾ ਹੋਵੇ, ਮੁਸਲਮਾਨਾਂ ਦਾ ਹੋਵੇ, ਸਿੱਖ ਦਾ ਹੋਵੇ, ਪਾਰਸੀ, ਕ੍ਰਿਸਚਨ, ਕਿਸੇ ਦਾ ਹੋਵੇ, all those religious texts, they teach you something. ਪਰ ਹੋਇਆ ਕਿ for years and months we have been reading them, truckloads of them, filling acres of those books. ਅਸੀਂ ਖਿੱਤੇ ਭਰ ਲਏ, ਅਸੀਂ ਟਰੱਕਲੋਡ ਕਿਤਾਬਾਂ ਗ੍ਰੰਥ ਇਕੱਠੇ ਕਰ ਲਏ, ਸਾਲਾਂ ਦੇ ਸਾਲ, ਮਹੀਨੇ ਦੇ ਮਹੀਨੇ, ਪਤਾ ਨਹੀਂ ਕਿੰਨੀ ਵਾਰੀ ਪੜ੍ਹ ਲਿਆ, ਕਿੰਨੀ ਵਾਰੀ ਪਾਠ ਕਰ ਲਿਆ। ਗੁਰੂ ਨਾਨਕ ਸਾਹਿਬ ਅੱਗੇ ਫਰਮਾਨ ਕਰਦੇ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਆਰਜਾ ਹੁੰਦੀ ਹੈ ਉਮਰ, ਲਾਈਫ, ਏਜ। ਸਾਸ ਹੋ ਗਏ ਸਾਹ, ਬ੍ਰੈਥ। We may read with every breath of our age, our life. ਆਪਣੀ ਸਾਰੀ ਉਮਰ ਦੇ ਜਿੰਨੇ ਸਾਹ ਨੇ, ਹਰ ਸਾਹ ਦੇ ਨਾਲ ਪੜ੍ਹੀ ਜਾਈਏ। ਬਹੁਤ ਲੋਕ ਪੜ੍ਹਦੇ ਵੀ ਨੇ, ਪੜ੍ਹੀ ਜਾ ਰਹੇ ਨੇ। ਤੋ ਅਸੀਂ ਪੜ੍ਹ ਸਕਦੇ ਹਾਂ, ਅਸੀਂ ਹਰ ਪੂਰੇ ਸਾਲ, ਕਈ ਸਾਲ, ਕਈ ਮਹੀਨੇ, ਹਰ ਸਾਹ ਦੇ ਨਾਲ ਪੜ੍ਹਦੇ ਜਾਈਏ। ਗੁਰੂ ਨਾਨਕ ਸਾਹਿਬ ਅੱਗੇ ਫਰਮਾਨ ਕਰਦੇ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਚਾਖ। What's happening here? So we have been reading books, scriptures, full of wisdom, full of guidance, teaching. ਲੋਕ ਧਰਮ ਦੇ ਨਾਂ ਤੇ ਆ ਕੇ ਕਹਿੰਦੇ ਨੇ, ਜਿੱਦਾਂ ਡਾਕਟਰ ਮੁਹੰਮਦ ਇਕਬਾਲ ਕਹਿੰਦਾ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਕੋਈ ਮਜ਼ਹਬ, ਕੋਈ ਫੇਥ, ਕੋਈ ਵੀ ਸਿਆਣਾ ਬੰਦਾ, not even a single person throughout the history of mankind who is considered wise and scholar and intellectual or ਰਿਲੀਜੀਅਸ ਕੋਈ ਬੰਦਾ, ਕਦੀ ਕਿਸੇ ਨੇ ਇਹ ਨਹੀਂ ਸਿਖਾਇਆ ਕਿ ਇੱਕ ਦੂਜੇ ਨਾਲ ਨਫ਼ਰਤ ਕਰੋ, ਹੇਟ ਕਰੋ, ਲੜੋ, ਮਰੋ। ਕਿਸੇ ਨੇ ਨਹੀਂ ਸਿਖਾਇਆ। ਫਿਰ ਇਹ ਕੌਣ ਸਿਖਾ ਗਿਆ? ਕਿਹੜਾ ਧਰਮ ਗ੍ਰੰਥ ਕਹਿੰਦਾ ਕਿ ਬਈ ਇਹ ਇੱਦਾਂ ਕਰਨਾ? ਕਿਉਂਕਿ ਕਲੇਮ ਅਸੀਂ ਸਾਰੇ ਇਹੀ ਕਰਦੇ ਹਾਂ ਕਿ ਸਾਡਾ ਧਰਮ ਪੀਸ ਸਿਖਾਉਂਦਾ ਹੈ, ਪਿਆਰ ਸਿਖਾਉਂਦਾ ਹੈ, ਸਾਡਾ ਧਰਮ ਸ਼ਾਂਤੀ ਸਿਖਾਉਂਦਾ ਹੈ। ਤੋ ਉਹ ਜਿਹੜੇ ਗ੍ਰੰਥ ਨੇ, ਉਹਨਾਂ ਨੂੰ ਪੜ੍ਹਿਆ ਗਿਆ ਹੈ ਸਿਰਫ we have gone through all those spiritual texts, we have not grown through them. ਅਸੀਂ ਉਹਨਾਂ ਦੇ ਵਿੱਚ ਵੱਡੇ ਨਹੀਂ ਹੋਏ, ਅਸੀਂ ਉਹਦਾ ਗਿਆਨ ਲੈ ਕੇ ਵੱਡੇ ਨਹੀਂ ਹੋਏ। ਕੀਤਾ ਕੀ? ਉਹ ਗੁਰੂ ਨਾਨਕ ਸਾਹਿਬ ਇੱਥੇ ਕਹਿੰਦੇ ਨੇ ਕਿ ਹੋਰ ਹਉਮੈ ਝਖਣਾ ਝਾਖ। ਹਉਮੈ ਨੂੰ ਬਸ ਪੱਠੇ ਪਾਏ ਆ, ਹਉਮੈ ਵਿੱਚ ਪੈ ਕੇ ਝੱਖ ਮਾਰਨ ਵਾਲੀ ਗੱਲ ਕੀਤੀ ਹੈ। ਝੱਖ ਮਾਰਨਾ is a phrase in Punjabi which means total wastage of your time and energy and words. ਆਪਣੇ ਬੋਲ, ਆਪਣੇ ਸਮੇਂ, ਆਪਣੀ ਤਾਕਤ ਨੂੰ ਖਰਾਬ ਕਰਨਾ, ਉਹਨੂੰ ਕਹਿੰਦੇ ਨੇ ਝੱਖ ਮਾਰਨਾ। ਤੋ ਇਹ ਸਾਰਾ ਪੜ੍ਹਿਆ ਹੋਇਆ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਝੱਖ ਹੀ ਮਾਰੀ ਹੈ ਅਸੀਂ, ਕਿਉਂਕਿ ਅਸੀਂ ਸਿੱਖਿਆ ਕੱਖ ਨਹੀਂ ਹੈ। ਹਉਮੈ ਵਧਾਈ ਹੈ, ਮੈਂ ਇਸ ਧਰਮ ਦਾ, ਮੈਂ ਇਹ ਵਾਲਾ ਗ੍ਰੰਥ ਪੜ੍ਹਿਆ, ਮੈਂ ਇੰਨੇ ਗ੍ਰੰਥ ਇਕੱਠੇ ਕਰ ਲਏ, ਮੇਰੇ ਕੋਲ ਇਹ ਵੀ ਕਿਤਾਬਾਂ ਹੈਗੀਆਂ, ਮੈਂ ਸਾਰੀਆਂ ਪੜ੍ਹ ਲਈਆਂ ਨੇ, ਮੈਂ ਇੰਨੀ ਵਾਰ ਆਹ ਵਾਲੇ ਪਾਠ ਕਰ ਲਏ ਹੈ, ਮੈਂ ਇੰਨੇ ਵਜੇ ਇਹ ਵਾਲੇ ਪਾਠ ਕਰਦਾ ਹਾਂ। ਕਰੋ ਜੀ, ਸਦਕੇ ਕਰੋ। ਸੀ ਰੀਡਿੰਗ ਬੁੱਕਸ of any kind
ਬੀ ਸਾਇੰਸ, ਮੈਥਮੈਟਿਕਸ, ਸਪਿਰਿਚੁਅਲਿਟੀ, ਫੇਥ, ਥੀਓਲੋਜੀ, ਸਿੱਖੀ, ਹਿੰਦੂਇਜ਼ਮ, ਵਾਟਐਵਰ ਕੋਈ ਵੀ ਹੈ, ਜਿਹਨੂੰ ਵੀ ਤੁਸੀਂ ਮੰਨਦੇ ਹੋ, ਉਸ ਨੂੰ ਪੜ੍ਹਨਾ ਉਹਦਾ ਇੱਕ ਪਰਪਸ ਹੁੰਦਾ ਹੈ ਕਿ ਉਹਦੇ 'ਚੋਂ ਸਿੱਖ ਕੇ ਆਪਣੇ ਅੰਦਰ ਇੱਕ ਟਰਾਂਸਫੋਰਮੇਸ਼ਨ, ਆਪਣੇ ਅੰਦਰ ਇੱਕ ਬਦਲਾਵ ਲੈ ਕੇ ਆਉਣਾ। ਉਹ ਨਹੀਂ ਆਈ ਨਾ, ਤੇ ਫਿਰ ਹੁੰਦਾ ਪਤਾ ਕੀ ਹੈ ਕਿ ਉਹ ਕਿਤਾਬਾਂ ਸਾਡੇ ਸਿਰ ਤੇ ਚੜ੍ਹ ਜਾਂਦੀਆਂ, ਹਉਮੈ ਮੈਂ ਉਹ ਵੱਧ ਜਾਂਦੀ ਹੈ। ਉਹ ਕਿਸੇ ਕਿਸੇ ਵੀ ਸਬਜੈਕਟ ਨਾਲ ਹੋ ਸਕਦਾ, ਸਿਰਫ ਧਾਰਮਿਕ ਨਹੀਂ। ਇੱਥੇ ਤੇ ਧਾਰਮਿਕ ਗੱਲ ਹੋ ਰਹੀ ਹੈ ਕਿ ਧਾਰਮਿਕ ਕਿਤਾਬਾਂ ਪੜ੍ਹ ਕੇ ਬੰਦੇ ਨੂੰ ਹਉਮੈ ਹੀ ਆ ਰਹੀ ਹੈ, ਹੋਰ ਕੁਝ ਨਹੀਂ ਆ ਰਿਹਾ, ਕੋਈ ਬਦਲਾਵ ਨਹੀਂ ਆ ਰਿਹਾ, ਉਹ ਝੱਖ ਮਾਰ ਰਿਹਾ ਹੈ, ਵੇਸਟਿੰਗ ਹਿਜ਼ ਟਾਈਮ ਐਂਡ એનર્ਜੀ ਇਨ ਰੀਡਿੰਗ ਆਲ ਦੋਜ਼ ਬੁੱਕਸ, ਆਲ ਦੋਜ਼ ਸਕ੍ਰਿਪਚਰਸ, ਬਿਕੋਜ਼ ਅੰਦਰ ਕੋਈ ਟਰਾਂਸਫੋਰਮੇਸ਼ਨ ਨਹੀਂ ਆਈ। ਲੇਖਾ ਇੱਕ ਗੱਲ, ਇੱਕੋ ਹੀ ਗੱਲ, ਲੇਖੇ ਹੋ ਗਿਆ ਇੰਪੋਰਟੈਂਟ, ਨੋਟ ਵਰਦੀ। ਜਿਹੜੀ ਲੇਖੇ ਵਾਲੀ ਗੱਲ ਹੈ ਉਹ ਇੱਕ ਹੀ ਹੈ, ਇੱਕ ਗੱਲ, ਉਹ ਕੀ ਹੈ? ਨਾਮ, ਨਿਯਮ, ਹੁਕਮ, ਜੋ ਪਿਛਲੀ ਪੌੜੀ 'ਚ ਵੀ ਆ ਗਿਆ, ਉਹਦੇ ਹੁਕਮ 'ਚ ਜਿਉਣਾ। ਹੋਰ ਜਿਹੜੇ ਮਤ ਸੀ, ਹੋਰ ਜਿੰਨੀਆਂ ਉਹ ਪਿਛਲੇ ਸ਼ਲੋਕ 'ਚ ਆਪਾਂ 8ਵੀਂ ਪੌੜੀ ਦੇ ਦੂਸਰੇ ਸ਼ਲੋਕ 'ਚ ਅਸੀਂ ਸੁਣਿਆ ਸੀ ਗੁਰੂ ਨਾਨਕ ਸਾਹਿਬ ਨੂੰ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੁਰਤੀ ਸੰਗਰਾਮ, ਰਣ ਮੈਂ ਛੁੱਟੇ ਪ੍ਰਣ, ਲੱਖ ਸੁਰਤੀ, ਲੱਖ ਗਿਆਨ ਧਿਆਨ, ਪੜ੍ਹੀਏ ਪਾਠ ਪੁਰਾਣ। ਲੱਖਾਂ ਲੋਕ ਕਹਿੰਦੇ ਨੇ ਕਿ ਹਾਂ ਬਈ ਇੰਨੀ ਵਾਰੀ ਪਾਠ ਪੁਰਾਣਾਂ ਦੇ ਜਾਂ ਧਾਰਮਿਕ ਗ੍ਰੰਥਾਂ ਦੇ ਕਰਨੇ, ਇਹਦੇ ਨਾਲ ਰੱਬ ਦੀ ਖੁਸ਼ੀ ਮਿਲੂਗੀ, ਹੈ ਨਾ। ਇਹੀ ਸੀ ਉਹਦੇ 'ਚ, ਪੜ੍ਹੀਏ ਪਾਠ ਪੁਰਾਣ, ਜਿਨ ਕਰਤਾ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਆਪਣੇ ਅੰਦਰ ਉਸ ਨੂੰ ਰੀਅਲਾਈਜ਼ ਕਰ ਲੈਣਾ, ਜਿਹੜਾ ਤੁਹਾਡੇ ਅੰਦਰ ਪ੍ਰਮਾਤਮਾ ਬੈਠਾ ਉਸ ਨੂੰ ਸਮਝਣਾ, ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ 'ਚ ਚੱਲਣਾ। ਇਸ ਤੋਂ ਬਿਨਾਂ ਹੋਰ ਸਭ ਝੂਠ ਹੈ, ਕਿਉਂਕਿ ਗੁਰਬਾਣੀ ਸ਼ੁਰੂ ਇੱਥੋਂ ਹੋ ਰਹੀ ਹੈ ਕਿ ਉਹ ਸਚਿਆਰਾ ਹੋਈ ਹੈ। ਸਚਿਆਰੇ ਕਿਵੇਂ ਹੋਣਾ ਆ? ਕਿਤਾਬਾਂ ਪੜ੍ਹ ਕੇ ਹੋ ਜਾਵਾਂਗੇ? ਬਿਲਕੁਲ ਹੋ ਜਾਵਾਂਗੇ, ਪਰ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਜਦੋਂ ਅਸੀਂ ਆਪਣੇ ਅੰਦਰੋਂ ਔਗਣਾਂ ਨੂੰ, ਕੂੜੇ ਟੁੱਟੇ ਪਾਲ, ਅੰਦਰ ਦੇ ਕੂੜ ਨੂੰ ਹਟਾ ਕੇ ਅੰਦਰ ਸਚਿਆਰਤਾ ਲਿਆਵਾਂਗੇ, ਫਿਰ ਜੇ ਕਿਸੇ ਕਿਤਾਬ, ਕਿਸੇ ਗ੍ਰੰਥ, ਕਿਸੇ ਗਿਆਨ ਨੂੰ ਪੜ੍ਹਨ ਤੋਂ ਬਾਅਦ ਸਾਡੇ ਅੰਦਰੋਂ ਹਉਮੈ ਨਹੀਂ ਜਾ ਰਹੀ, ਸਗੋਂ ਹਉਮੈ ਆ ਰਹੀ ਹੈ, ਮੈਂ ਪੜ੍ਹ ਲਿਆ ਆ, ਫਿਰ ਉਲਟਾ ਹੋ ਰਿਹਾ, ਫਿਰ ਪੜ੍ਹਿਆ ਨਹੀਂ ਗਿਆ, ਫਿਰ ਉਲਟਾ ਉਹ ਪੜ੍ਹਾਈ ਜਿਹੜੀ ਆ ਉਹ ਗਲਤ ਪਾਸੇ ਲੈ ਗਈ ਸਾਨੂੰ। ਤਾਂ ਇੰਪੋਰਟੈਂਟ ਕੀ ਹੈ, ਨੋਟਵਰਦੀ ਕੀ ਹੈ ਕਿ ਉਹ ਅੰਦਰ ਬੈਠਾ ਹੁਕਮੀ ਜਿਹੜਾ ਹੈ, ਜੋ ਸਭ ਕੁਝ ਕਰ ਰਿਹਾ ਹੈ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਪਿਛਲੀ ਪੌੜੀ ਦੇ ਪਹਿਲੇ ਸ਼ਲੋਕ 'ਚ ਅਸੀਂ ਸੁਣਿਆ ਸੀ, ਜੋ ਸਭ ਕੁਝ ਚਲਾ ਰਿਹਾ ਹੈ, ਜੋ ਇਸ ਸਾਰੀ ਕਾਇਨਾਤ ਨੂੰ ਬਣਾ ਕੇ, ਦ ਕ੍ਰੀਏਟਰ ਹੂ ਹੈਜ਼ ਕ੍ਰੀਏਟਡ ਐਵਰੀਥਿੰਗ ਐਂਡ ਟੇਕਸ ਕੇਅਰ ਆਫ ਇਟ, ਆਲ ਆਈ ਹੈਵ ਟੂ ਡੂ ਇਜ਼ ਟਰਨ ਟੂਵਰਡਸ ਦੈਟ। ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਮੈਂ ਉਹਦੇ ਨਾਲ ਰਿਲੇਸ਼ਨ ਬਣਾਵਾਂ, ਉਹਦੇ ਵੱਲ ਹੋਵਾਂ, ਤੇ ਆਪਣੇ ਅੰਦਰੋਂ ਇੱਕ ਬਦਲਾਵ ਲੈ ਕੇ ਆਵਾਂ। ਪੜ੍ਹਨ ਦਾ ਮਕਸਦ ਇਹ ਸੀ, ਪਰ ਉਹ ਮਕਸਦ ਛੱਡ ਕੇ ਹੋਰ ਆਲ ਐਲਸ, ਜੋ ਵੀ ਅਸੀਂ ਪੜ੍ਹ ਗੱਡੀ ਲੱਦੀਏ, ਪੜ੍ਹ ਭਰੀਏ ਸਾਥ, ਆਲ ਐਲਸ, ਆਲ ਦੀਜ਼ ਐਫਰਟਸ, ਉਹ ਕੀ ਕਰ ਰਹੇ ਸੀ? ਸਿਰਫ ਆਪਣੀ ਈਗੋ ਨੂੰ ਹਵਾ ਦੇਣ ਵਾਸਤੇ, ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ, ਕਿ ਮੈਂ ਤਾਂ ਸਾਲਾਂ ਦੇ ਸਾਲ ਪੜ੍ਹਿਆ, ਮੈਂ ਤੇ ਹਰ ਸਾਹ ਦੇ ਨਾਲ ਪੜ੍ਹਦਾ ਪਿਆ ਹਾਂ, ਮੈਂ ਤਾਂ ਇੰਨੇ ਪਾਠ ਕਰ ਰਿਹਾ ਹਾਂ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਇਹ ਕੀ ਕਰ ਰਹੇ? ਹਉਮੈ ਨੂੰ ਪੱਠੇ ਪਾ ਰਹੇ। ਵੀ ਆਰ ਫੀਡਿੰਗ ਅਵਰ ਈਗੋ ਐਂਡ ਨਥਿੰਗ ਐਲਸ, ਐਂਡ ਵੀ ਆਰ ਵੇਸਟਿੰਗ ਐਵਰੀਥਿੰਗ, ਝੱਖ ਮਾਰ ਰਹੇ। ਗੁਰੂ ਨਾਨਕ ਸਾਹਿਬ ਇਹ ਵਰਡ ਯੂਜ਼ ਕਰ ਰਹੇ, ਦ ਇੰਪੋਰਟੈਂਟ ਥਿੰਗ ਇਜ਼ ਟੂ ਲਿਵ ਇਨ ਅਕੋਰਡੈਂਸ ਵਿਦ ਦ ਗਾਈਡੈਂਸ, ਦਾ ਹੁਕਮ। ਨਾਨਕ ਲੇਖਾ ਇੱਕ ਗੱਲ, ਉਹ ਕਿਹੜੀ ਹੈ? ਕਿ ਹੁਕਮ ਰਜ਼ਾਈ ਚੱਲਣਾ, ਜੋ ਹੁਕਮ ਹੈ ਉਸ ਦੀ ਰਜ਼ਾ 'ਚ ਚੱਲਣਾ। ਹੁਣ ਦੇਖੋ, ਪੜ੍ਹਨਾ ਕਿਉਂ ਸੀ? ਪਾਠ ਕਿਉਂ ਪੜ੍ਹਨਾ ਸੀ? ਕਿਉਂਕਿ ਗੁਰੂ ਦੇ ਗਿਆਨ ਵਿੱਚੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ, ਸਾਰਿਆਂ ਦਾ ਗਿਆਨ ਜਿਹੜਾ ਉਹ ਗੁਰੂ ਹੈ। ਕਿਸੇ ਨੂੰ ਅਸੀਂ ਭਗਤ ਕਹਿੰਦੇ ਹਾਂ, ਕੋਈ ਉਹਦੇ 'ਚ ਸਿੱਖ, ਉਹਨਾਂ ਦੀ ਬਾਣੀ ਹੈਗੀ, ਕੋਈ ਭੱਟਾਂ ਦੀ ਬਾਣੀ ਹੈਗੀ ਹੈ, ਗੁਰੂ ਸਾਹਿਬਾਨਾਂ ਦੀ ਬਾਣੀ ਹੈਗੀ ਹੈ। ਗੁਰੂ ਉਹਨਾਂ ਦਾ ਦਿੱਤਾ ਹੋਇਆ ਗਿਆਨ ਹੈ, ਸਾਰਿਆਂ ਦਾ ਹੀ। ਹੁਣ ਭਗਤ ਰਵਿਦਾਸ ਜੀ ਨੂੰ ਅਸੀਂ ਭਗਤ ਰਵਿਦਾਸ ਜੀ ਕਹਿੰਦੇ ਹਾਂ, ਭਗਤ ਕਬੀਰ ਜੀ ਨੂੰ ਭਗਤ ਕਬੀਰ ਜੀ ਕਹਿੰਦੇ, ਗੁਰੂ ਕਬੀਰ ਨਹੀਂ ਕਹਿੰਦੇ। ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਕਹਿੰਦੇ ਆ, ਗੁਰੂ ਅੰਗਦ ਸਾਹਿਬ ਕਹਿੰਦੇ, ਗੁਰੂ ਅਮਰਦਾਸ ਕਹਿੰਦੇ ਆ, ਪਰ ਉਹ ਗਿਆਨ ਸਾਰਿਆਂ ਦਾ ਹੀ ਉਹਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ 'ਚ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਇਸ ਕਰਕੇ ਕਿਹਾ, ਭਾਵੇਂ ਉਹ 'ਚ ਭਗਤ ਰਵਿਦਾਸ ਜੀ ਨੇ, ਭਾਵੇਂ ਭਗਤ ਕਬੀਰ ਜੀ, ਭਾਵੇਂ ਭਗਤ ਤ੍ਰਿਲੋਚਨ, ਭਗਤ ਨਾਮਦੇਵ, ਬਿਕੋਜ਼ ਦ ਟੀਚਿੰਗਸ, ਦ ਗਾਈਡੈਂਸ, ਦ ਨੌਲੇਜ, ਦ ਵਿਜ਼ਡਮ ਕੰਟੇਨਡ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਗਿਆਨ ਉਹਨਾਂ ਵਰਡਸ ਦੇ ਵਿੱਚ ਹੈ, ਸ਼ਬਦਾਂ ਦੇ ਵਿੱਚ ਹੈ, ਉਹ ਮੇਰਾ ਗੁਰੂ ਹੈ। ਕਿਵੇਂ ਗੁਰੂ ਹੈ? ਕਿ ਉਹ ਮੇਰੇ ਅੰਦਰ ਜਿਹੜਾ ਪਰਮਾਤਮਾ ਸਤਨਾਮ ਦਿੰਦਾ ਦੇ, ਹਮੇਸ਼ਾ ਮੈਨੂੰ ਅੰਦਰੋਂ ਰੌਸ਼ਨੀ, ਚਾਨਣ ਦਿੰਦਾ ਹੈ, ਉਹਨੂੰ ਰੀਅਲਾਈਜ਼ ਕਰਨ ਵੱਲ ਲੈ ਕੇ ਜਾਂਦਾ ਹੈ। ਉਹ ਗੁਰੂ ਦਾ ਗਿਆਨ, ਜਦੋਂ ਮੈਂ ਪਾਠ ਪੜ੍ਹਾਂ ਤਾਂ ਮੇਰੇ ਅੰਦਰ ਰੌਸ਼ਨੀ ਹੋਵੇ, ਚਾਨਣ ਹੋਵੇ। ਅੰਧਿਆਰ ਹੈ,
ਦੀਪਕ ਚਾਹੀਏ ਕਿਸੇ ਹਨੇਰੇ ਰੂਮ ਦੇ ਵਿੱਚ। ਇਫ ਦੇਰ ਇਜ਼ ਅ ਰੂਮ ਵਿਚ ਇਜ਼ ਡਾਰਕ, all you have to do is ਅੰਧਿਆਰਾ ਦੀਪਕ ਚਾਹੀਏ, you have to light a lamp। ਅੱਜ ਕੱਲ੍ਹ ਕਹਿ ਲਓ ਸਵਿਚ ਔਨ ਕਰਕੇ ਲਾਈਟ ਜਗਾਉਣੀ ਪਏਗੀ। ਜਦੋਂ ਲਾਈਟ ਹੋ ਜਾਏ, you can find the thing which you want to find in that room। ਤੁਸੀਂ ਉਸ ਕਮਰੇ 'ਚ ਕੋਈ ਚੀਜ਼ ਲੱਭਣੀ, ਉੱਥੇ ਹਨੇਰਾ ਆ, ਉੱਥੇ ਲਾਈਟ ਜਗਾਉਣੀ ਪਏਗੀ, ਲਾਈਟ ਜਗਾਵਾਂਗੇ ਤਾਂ ਚੀਜ਼ ਝੱਟ ਲੱਭ ਜਾਏਗੀ। ਭਗਤ ਕਬੀਰ ਜੀ ਦਾ ਇਹ ਸ਼ਬਦ ਹੈ। ਤਾਂ ਹਨੇਰਾ ਅੰਦਰ ਹੈ ਸਾਡੇ, ਅਸੀਂ ਬਾਹਰ ਕਿਤਾਬਾਂ ਤਾਂ ਬਹੁਤ ਪੜ੍ਹ ਲਈਆਂ, ਪਰ ਉਹ ਸਾਡੇ ਹਨੇਰੇ ਨੂੰ ਹੋਰ ਤਾਂ ਨਹੀਂ ਵਧਾ ਰਹੀਆਂ ਕਿਤੇ। ਇਹ ਦੇਖੋ ਕਿ ਉਹਨਾਂ ਵਿੱਚ ਦਿੱਤੇ ਹੋਏ ਗਿਆਨ ਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰਕੇ ਮੈਂ ਚਾਨਣ ਕੀਤਾ ਹੈ ਜਾਂ ਮੈਂ ਹੋਰ ਹਨੇਰਾ ਕਰ ਲਿਆ ਆ। ਜਦੋਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪੜ੍ਹ ਕੇ ਮੇਰੇ ਮਨ ਅੰਦਰ ਇਹ ਆ ਜਾਂਦਾ ਕਿ ਮੈਂ ਪੜ੍ਹਦਾ ਹਾਂ, ਮੈਂ ਇਹ ਪਾਠ ਕੀਤੇ ਨੇ, ਮੈਂ 40 ਵਾਰੀ ਇਹ ਪਾਠ ਕਰਾਂਗਾ ਤਾਂ ਆਹ ਵਾਲਾ ਫਲ ਮਿਲ ਜਾਏਗਾ, ਰਿਮੈਂਬਰ ਦੈਨ ਵੀ ਆਰ ਫੀਡਿੰਗ ਦੈਟ ਡਾਰਕਨੈਸ। ਫਿਰ ਅਸੀਂ ਹਨੇਰੇ ਨੂੰ ਪੱਠੇ ਪਾ ਰਹੇ ਹਾਂ, ਹਨੇਰਾ ਹੀ ਵਧਣਾ ਆ। ਪਰ ਜੇ ਕਿਤੇ ਉਸ ਜਪ ਬਾਣੀ ਦੀ ਪਹਿਲੀ ਤੁਕ, ਪਹਿਲੀ ਪੌੜੀ ਮੈਂ ਧਿਆਨ ਨਾਲ ਪੜ੍ਹ ਲਈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਇਹ ਵੀ ਪੜ੍ਹਨਾ ਆ। ਪੜ੍ਹਨ ਦਾ ਮਤਲਬ ਇਹ ਹੋਇਆ ਕਿ ਮੈਂ ਉਸ ਗਿਆਨ ਨੂੰ ਪੜ੍ਹ ਕੇ ਸਮਝਿਆ ਤੇ ਫਿਰ ਉਸ ਨੂੰ ਅਮਲ 'ਚ ਲੈ ਆਉਂਦਾ। ਰਾਈਟ, ਸੀ ਨੌਲੇਜ ਇਜ਼ ਪਾਵਰ, ਦੈਟਸ ਵਾਟ ਵੀ ਸੇ। ਅਸੀਂ ਕਹਿੰਦੇ ਆ ਗਿਆਨ ਤਾਕਤ ਹੁੰਦਾ ਆ, ਬਿਲਕੁਲ ਹੁੰਦਾ, ਪਰ ਉਦੋਂ ਹੁੰਦਾ ਜਦੋਂ ਅਮਲ 'ਚ ਲਿਆਇਆ ਜਾਏ। ਅਮਲ ਬਾਝ ਨਾ ਇਲਮ ਹੁੰਦੇ, ਇਹ ਪੰਜਾਬੀ ਦੀਆਂ ਇਹ ਪੁਰਾਣੀਆਂ ਕਵਿਤਾਵਾਂ ਨੇ, ਉਹਨਾਂ 'ਚ ਆਉਂਦਾ ਆ ਅਮਲ ਬਾਝ ਨਾ ਇਲਮ ਹੁੰਦੇ। ਉਸ ਇਲਮ ਦਾ ਕੋਈ ਫਾਇਦਾ ਹੀ ਨਹੀਂ ਜਿਹੜਾ ਅਮਲ 'ਚ ਨਾ ਆਵੇ। ਜਦੋਂ ਤੱਕ ਇੰਪਲੀਮੈਂਟ ਨਹੀਂ ਕੀਤਾ, ਅਮਲ ਨਹੀਂ ਕੀਤਾ ਕਿਸੇ ਨੌਲੇਜ ਤੇ, ਕਿਸੇ ਗਿਆਨ ਤੇ, ਕਿਸੇ ਇਲਮ ਦੇ ਉੱਤੇ, ਫਿਰ ਉਹ ਤਾਕਤ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਧਾਰਮਿਕ ਗ੍ਰੰਥਾਂ ਦੀ ਜਿਹੜੀ ਰਚਨਾ, ਉਹ ਇੰਨੇ ਸਿਆਣੇ ਲੋਕ ਸੀ, ਉਹ ਗਿਆਨ ਬੜਾ ਤਾਕਤਵਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਹੁਤ ਬਹੁਤ ਮਿਰਾਕਲਸ ਹੈ, ਚਮਤਕਾਰੀ ਹੈ। ਬਟ ਦ ਓਨਲੀ ਥਿੰਗ ਇਜ਼ ਉਹਨੂੰ ਇੰਪਲੀਮੈਂਟ ਕਰਨਾ ਪਏਗਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਥਾਲ ਇੱਦਾਂ ਰੱਖ ਕੇ, ਕੋਈ ਤੁਸੀਂ ਥਾਲ ਤੁਹਾਡੀ ਮਾਤਾ ਨੇ ਘਰ ਜਾਂ ਕਿਸੇ ਨੇ ਖਾਣਾ ਬਣਾਇਆ ਬੜਾ ਸੋਹਣਾ ਬਣਾ ਕੇ, ਉਹ ਰੋਟੀ ਰੱਖ ਦਿੱਤੀ ਸਾਹਮਣੇ, ਤੁਸੀਂ ਉਹਨੂੰ ਬਸ ਦੇਖੀ ਜਾਓ, ਉਹਨੂੰ ਗਿਣੀ ਜਾਓ ਕਿ ਇਹਦੇ 'ਚ ਇਹ ਸਬਜ਼ੀ ਹੈ, ਇਹ ਰੋਟੀ ਹੈ, ਤਾਂ ਇਹ ਚੌਲ ਹੈ, ਇੱਦਾਂ ਗਿਣੀ ਜਾਓ ਜਾਂ ਮੱਥੇ ਟੇਕੀ ਜਾਓ, ਉਹਦੇ ਨਾਲ ਤਾਂ ਕੁਛ ਨਹੀਂ ਹੋਣਾ। ਉਹ ਤੇ ਪਕਾਉਣ ਵਾਲੇ ਨੂੰ, ਦ ਪਰਸਨ ਹੂ ਹੈਜ਼ ਪ੍ਰੀਪੇਅਰਡ ਦੈਟ ਪਲੇਟ, ਦੈਟ ਪਲੈਟਰ ਫॉर ਯੂ, ਡਿਨਰ ਔਰ ਲੰਚ, ਵਟ ਐਵਰ, ਉਹਨੇ ਵੀ ਕਹਿਣਾ ਕੀ ਕਰੀ ਜਾਂਦਾ ਆ। ਯੂ ਹੈਵ ਟੂ ਈਟ ਇਟ, ਯੂ ਹੈਵ ਟੂ ਇੰਜੈਸਟ ਇਟ, ਯੂ ਹੈਵ ਟੂ, ਉਹਨੂੰ ਆਪਣੇ ਅੰਦਰ ਲੈ ਕੇ ਜਾਣਾ ਪਏਗਾ। ਤਾਂ ਪੜ੍ਹਨਾ ਸਿਰਫ ਅੱਖਾਂ ਨਾਲ ਜਾਂ ਮੂੰਹ ਨਾਲ ਅੱਗੇ ਨੂੰ ਵੱਧ ਜਾਣਾ ਨਹੀਂ ਹੁੰਦਾ। It's not going through those books, it's about growing through those books। Don't go through Japji Sahib, grow through Japji Sahib। ਆਸਾ ਦੀ ਵਾਰ ਨੂੰ ਗਰੋ ਥਰੂ ਨਾ ਕਰੋ ਕਿ ਮੈਂ ਤਾਂ ਇੰਨੀ ਵਾਰੀ ਪੜ੍ਹ ਗਿਆ ਆ। ਮੋਸਟ ਆਫ ਦ ਟਾਈਮਸ ਅਸੀਂ ਸਹਿਜ ਪਾਠ, ਸੁਖਮਨੀ ਸਾਹਿਬ ਦੇ ਪਾਠ, ਵੀ ਆਰ ਜਸਟ ਗੋਇੰਗ ਥਰੂ ਦੈਮ। ਹੋ ਗਿਆ ਭੋਗ ਪਾਤਾ ਜੀ, ਮੈਂ ਤਾਂ ਅੱਧੇ ਘੰਟੇ 'ਚ ਪਾਠ ਕਰ ਲੈਂਦਾ ਆ। ਕਈ ਵਾਰ ਇਹੋ ਜਿਹੇ ਸੱਜਣ ਵੀ ਮਿਲਦੇ, ਮੈਂ ਤਾਂ 25 ਮਿੰਟ 'ਚ ਪਾਠ ਕਰ ਲੈਂਦਾ, ਮੈਂ ਤਾਂ ਜਪਜੀ ਸਾਹਿਬ ਦਾ ਪਾਠ ਮੈਂ 10 ਮਿੰਟਾਂ 'ਚ ਕਰ ਲੈਂਦਾ। ਪਰ ਕੀ ਅਸੀਂ ਸੱਚੀ ਪੜ੍ਹਿਆ ਜਾਂ ਅਸੀਂ ਸਿਰਫ ਲੰਘ ਗਏ? ਕਿ ਸਾਡੇ 'ਚ ਕੋਈ ਬਦਲਾਵ ਆਇਆ, ਕੋਈ ਚੇਂਜ ਆਇਆ? ਇਫ ਨਹੀਂ, ਜੇ ਚੇਂਜ ਨਹੀਂ ਆਇਆ, ਇਫ ਦੇਰ ਇਜ਼ ਨੋ ਚੇਂਜ ਦੈਟ ਹੈਜ਼ ਹੈਪਨਡ ਵਿਦਿਨ ਅਸ, ਸਟਾਪ, ਰੁਕੋ, ਦੇਖੋ ਕਿ ਕੀ ਪੜ੍ਹਿਆ ਸੀ। ਅਸੀਂ ਬੱਚਿਆਂ ਨੂੰ ਜਦੋਂ ਸਕੂਲਾਂ 'ਚ ਪੜ੍ਹਾਉਂਦੇ ਹਾਂ ਤੇ ਉੱਥੇ ਟੀਚਰ ਕੀ ਕਰਦਾ, ਥੋੜ੍ਹਾ ਜਿਹਾ ਪੜ੍ਹਾ ਕੇ ਕਹਿੰਦਾ ਅੱਛਾ ਇਹ ਸਮਝ ਆਇਆ ਆ, ਫਿਰ ਉਹ ਕੁਐਸਚਨ ਪੁੱਛਦਾ ਆ ਕਿ ਦੱਸੋ। ਕੋਈ ਬੱਚਾ, ਤੁਹਾਡਾ ਆਪਣਾ ਬੱਚਾ ਘਰ 'ਚ ਬਹਿੰਦਾ, ਵੈਨ ਅ ਕਿਡ ਔਰ ਅ ਚਾਈਲਡ ਔਰ ਈਵਨ ਅ ਟੀਨੇਜਰ ਹੀ ਇਜ਼ ਸਿਟਿੰਗ ਐਟ ਯੋਰ ਓਨ ਹਾਊਸ ਐਂਡ ਇਜ਼ ਰੀਡਿੰਗ ਸਮਥਿੰਗ, ਤੁਸੀਂ ਕਹਿੰਦੇ ਹੋ ਅੱਛਾ ਤੂੰ 10 ਮਿੰਟ ਤੋਂ ਬੈਠਾ ਹੈ, ਅੱਧੇ ਘੰਟੇ ਤੋਂ, ਯੂ ਹੈਵ ਬੀਨ ਸਿਟਿੰਗ ਹੇਅਰ ਰੀਡਿੰਗ ਦਿਸ ਫॉर ਹਾਫ ਐਨ ਆਵਰ, ਟੈਲ ਮੀ ਵਾਟ ਹੈਵ ਯੂ ਰੈਡ, ਕੀ ਪੜ੍ਹਿਆ ਆ। ਖੁਦ ਨੂੰ ਵੀ ਇਹੀ ਪੁੱਛੋ ਕਿ ਮੈਂ ਕੀ ਪੜ੍ਹਿਆ ਆ। ਕਿਤੇ ਪੜ੍ਹ ਗੱਡੀ ਲੱਦੀਏ ਵਾਲਾ ਕੰਮ ਤਾਂ ਨਹੀਂ ਹੋ ਗਿਆ ਕਿ ਮੈਂ ਕਿੰਨੀਆਂ ਗੱਡੀਆਂ ਲੱਦ ਲਈਆਂ ਨੇ। ਪਰ ਪੜ੍ਹੀਏ ਖਾਤ, ਪੜ੍ਹੀਏ ਜਿੱਤੇ ਬਰਸ ਬਰਸ, ਕਿੰਨੇ ਕਿੰਨੇ ਸਾਲ ਹੋ ਗਏ ਬਾਣੀ ਪੜ੍ਹਦੇ ਹਾਂ, ਕਿੰਨੇ ਕਿੰਨੇ ਸਾਲ ਹੋ ਗਏ ਪਾਠ ਕਰਦੇ ਹਾਂ। ਵਿਦ ਐਵਰੀ ਬ੍ਰੈਥ ਆਈ ਐਮ ਰੀਡਿੰਗ ਜੀ। ਮੈਂ ਤਾਂ ਹਰ ਸਾਹ ਦੇ ਨਾਲ, ਦੇਖੋ, ਤੇ ਮੈਂ ਤਾਂ ਕਾਰ ਦੇ ਵਿੱਚ ਵੀ ਲਾਇਆ ਹੋਇਆ, ਲਗਾਤਾਰ ਮੈਂ ਕੀਰਤਨ ਹੀ ਸੁਣਦਾ ਰਹਿੰਦਾ ਆ। ਮੈਂ ਤਾਂ ਰੋਟੀ ਬਣਾਉਂਦੇ ਹੋਏ ਵੀ ਭਾਈ ਸਾਹਿਬ ਪਾਠ ਹੀ ਸੁਣਦੀ ਰਹਿੰਦੀ ਹੈ। ਬਹੁਤ ਚੰਗੀ ਗੱਲ ਹੈ, ਦੇयर ਇਜ਼ ਨਥਿੰਗ ਰੋਂਗ ਇਨ ਇਟ। ਤੁਸੀਂ ਸਾਲਾਂ ਦੇ ਸਾਲ, ਮਹੀਨਿਆਂ ਦੇ ਮਹੀਨੇ ਹਰ ਸਾਹ ਦੇ ਨਾਲ ਪੜ੍ਹੋ, ਸੁਣੋ, ਪਰ ਨਾਲ ਦੇ ਨਾਲ ਰੁਕ ਕੇ, ਟੇਕ ਅ ਪੌਜ਼, ਤੇ ਉਹਦੇ ਤੇ ਪਿੱਛੇ ਝਾਤੀ ਮਾਰੋ ਕਿ ਕੀ ਸੁਣਿਆ, ਕੀ ਪੜ੍ਹਿਆ। ਜੇ ਇਹ ਨਹੀਂ ਕੀਤਾ
ਤਾਂ ਫਿਰ ਵੀ ਆਰ ਜਸਟ ਫੀਡਿੰਗ ਅਵਰ ਈਗੋ, ਹੋਰ ਹਉਮੈ। ਬਾਕੀ ਇਹ ਸਾਰਾ ਕੁਝ ਜਿਹੜਾ ਫਿਰ ਇਹ ਆਪਣੀ ਹਉਮੈ ਨੂੰ ਵਧਾ ਰਿਹਾ ਕਿ ਮੈਂ ਇੰਨੇ ਪਾਠ ਕਰ ਲਏ, ਮੈਂ ਇੰਨੇ ਕਰਦਾ, ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਮੈਂ ਇੰਨਾ ਗਿਆਨ ਲੈ ਲਿਆ। ਔਰ ਇਹ ਸਿਰਫ ਚਖਣਾ ਚਾਹ, ਇਹ ਚੱਖ ਮਾਰਨ ਵਾਲੀ ਗੱਲ ਹੈ। ਇਟਸ ਅ ਵੇਸਟੇਜ ਆਫ ਅਵਰ energy and words. All else, see here, all else, he's talking about ritualistic reading, that mechanical reading, going through all those scriptures is a waste show off of ego, ਹਉਮੈ ਚੱਖਣਾ ਚਾਹ। ਹੋਰ ਬਾਕੀ ਸਾਰਾ ਜਿੰਨਾ ਸਾਡਾ ਪੜ੍ਹਿਆ ਲਿਖਿਆ ਫਿਰ ਹੈਗਾ ਨਾ, ਉਹ ਹਉਮੈ ਦਾ ਦਿਖਾਵਾ ਹੀ ਹੈ ਬਸ, ਹੋਰ ਕੁਛ ਨਹੀਂ ਹੈ, ਔਰ ਟੋਟਲ ਵੇਸਟੇਜ ਹੈ। ਸੋ ਸਤਿਗੁਰੂ ਕਿਰਪਾ ਕਰੇ ਅਸੀਂ ਬਾਣੀ ਨੂੰ ਪੜ੍ਹੀਏ, ਥੋੜ੍ਹਾ ਪੜ੍ਹੀਏ ਵੱਧ ਪੜ੍ਹੀਏ ਉਹ ਆਪਣੀ ਕਪੈਸਿਟੀ ਹੈ, ਪਰ ਓਨਾ ਪੜ੍ਹੀਏ ਜਿਹੜਾ ਅਸੀਂ ਪਚਾ ਸਕੀਏ। ਜਿੱਦਾਂ ਰੋਟੀ ਖਾਣ ਲੱਗੇ ਆਪਾਂ ਖਾਂਦੇ ਨਾ, ਇੰਨਾ ਹਾਂ ਇਹਦੇ ਨਾਲ ਮੈਨੂੰ ਸਵਾਦ ਆ ਰਿਹਾ। ਜ਼ਿਆਦਾ ਖਾਣ ਨਾਲ ਸਵਾਦ ਨਹੀਂ ਹੁੰਦਾ, ਪੇਟ ਖਰਾਬ ਹੁੰਦਾ ਆ। ਓਨਾ ਖਾਓ ਜਿਹੜੇ 'ਚ ਤੁਹਾਨੂੰ ਸਵਾਦ ਵੀ ਆਵੇ ਅਤੇ ਤੁਹਾਡੇ ਅੰਦਰ ਜਾ ਕੇ ਉਹ ਭਲਾ ਵੀ ਕਰੇ, ਉਹਨੂੰ ਪਚਾ ਵੀ ਸਕੋ। ਤਾਂ ਓਨਾ ਰੀਡ ਕਰੋ ਕਿ ਤੁਸੀਂ ਵੈਨ ਯੂ ਲੁੱਕ ਬੈਕ ਐਟ ਇਟ ਕਿ ਵਾਟ ਆਈ ਹੈਵ ਰੈਡ, ਕਿ ਮੈਂ ਕੀ ਪੜ੍ਹਿਆ ਆ, ਮੈਨੂੰ ਇਹ 'ਚੋਂ ਕੀ ਮਿਲਿਆ ਆ, ਮੇਰੇ ਅੰਦਰ ਕੀ ਬਦਲਾਵ ਆਏਗਾ। ਇਹ ਨਹੀਂ ਕਿ ਮੈਂ ਪੜ੍ਹਿਆ ਆ, ਫਲਾਣੇ ਨੂੰ ਤਾਂ ਇਹ ਵੀ ਨਹੀਂ ਪੜ੍ਹਿਆ, ਉਹਨੂੰ ਤਾਂ ਇਹ ਵੀ ਨਹੀਂ ਆਉਂਦਾ। ਮੋਸਟ ਆਫ ਦ ਟਾਈਮਸ ਵੀ ਆਰ ਡਿਸਕਸਿੰਗ ਔਰ ਵੀ ਆਰ ਰੀਡਿੰਗ ਆਲ ਦੀਜ਼ ਸਕ੍ਰਿਪਚਰਸ ਜਸਟ ਟੂ ਮੇਕ ਅਦਰਸ ਇਨਫੀਰੀਅਰ, ਕਿ ਉਹਨੂੰ ਤਾਂ ਕੁਛ ਵੀ ਨਹੀਂ, ਉਹਨੇ ਥੋੜ੍ਹੀ ਪੜ੍ਹਿਆ, ਉਹਨੇ ਤਾਂ ਪਾਠ ਵੀ ਨਹੀਂ ਕੀਤਾ ਕਦੀ, ਉਹਨੂੰ ਤਾਂ ਪਤਾ ਵੀ ਨਹੀਂ ਕੀ ਹੈਗਾ। ਐਂਡ ਥਰੂ ਆਊਟ ਦ ਹਿਸਟਰੀ ਆਫ ਇੰਡੀਅਨ ਸਬ ਕੌਂਟੀਨੈਂਟ ਤੁਹਾਨੂੰ ਇਹੋ ਜਿਹੇ ਬਥੇਰੇ ਸਕਾਲਰਸ ਮਿਲ ਜਾਣਗੇ ਜਿਹੜੇ ਇਸੇ ਲੜਾਈਆਂ ਦੇ ਵਿੱਚ ਰਹਿ ਗਏ ਕਿ ਮੈਂ ਇੰਨੇ ਗ੍ਰੰਥ ਪੜ੍ਹੇ, ਤੂੰ ਇੰਨੇ ਪੜ੍ਹੇ, ਆ ਜਾ ਬਹਿਸ ਕਰਦੇ, ਲੈਟਸ ਆਰਗਿਊ। ਇਸੇ ਨੂੰ ਹੀ ਭਗਤ ਕਬੀਰ ਜੀ ਨੇ ਆਪਣੀ ਬਾਣੀ 'ਚ ਕਿਹਾ, ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜਾਓ ਕਰੋ, ਹਾਜ਼ਰ ਹਜ਼ੂਰ ਖੁਦਾਏ। ਦ ਮੋਮੈਂਟ ਯੂ ਪੌਜ਼, ਦ ਮੋਮੈਂਟ ਯੂ ਰਿਫਲੈਕਟ ਔਨ ਵਟ ਹੈਵ ਯੂ ਰੈਡ, ਜਿਹੜੇ ਸਮੇਂ ਤੁਸੀਂ ਮਾੜਾ ਜਿਹਾ ਰੁਕ ਕੇ ਇਹ ਦੇਖ ਲਿਆ ਕਿ ਮੈਂ ਕੀ ਪੜ੍ਹਿਆ ਆ, ਉਹਦੇ 'ਚੋਂ ਮੈਨੂੰ ਕੀ ਮਿਲਣਾ ਆ, ਉਹਦੇ ਨਾਲ ਮੈਂ ਕਿੱਥੇ ਕਿੱਥੇ ਆਪਣੀ ਲਾਈਫ ਦੇ ਵਿੱਚ ਵਰਕ ਕਰਨਾ, ਕਿੱਥੇ ਕਿੱਥੇ ਮੈਂ ਮਿਹਨਤ ਕਰਨੀ ਹੈ, ਫਿਰ ਹੋਏਗਾ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ। ਉੱਥੇ ਮਸ਼ੱਕਤ ਕਰਨੀ ਪਏਗੀ। ਤੋ ਪੜ੍ਹੀਏ, ਵੱਧ ਤੋਂ ਵੱਧ ਪੜ੍ਹੀਏ, ਥੋੜ੍ਹੇ ਤੋਂ ਥੋੜ੍ਹਾ, ਜਿੰਨਾ ਵੀ ਪੜ੍ਹੀਏ ਉਹਦੇ ਨਾਲ ਅਸੀਂ ਆਪਣੀ ਲਾਈਫ ਦੇ ਵਿੱਚ ਮਿਹਨਤ ਕਰਕੇ ਬਦਲਾਵ ਲਿਆਈਏ। ਉਹ ਬਦਲਾਵ ਲਿਆਉਣਾ ਹੀ ਪੜ੍ਹਨ ਦਾ ਮਕਸਦ ਹੁੰਦਾ ਹੈ, ਨਹੀਂ ਤੇ ਹਉਮੈ ਚੱਖਣਾ ਝਾਕ, all else, all that ritualistic reading, whether you are paying someone to read or we are doing it ourselves, is a waste show off of ego. ਗੁਰੂ ਕਿਰਪਾ ਕਰੇ ਅਗਲੇ ਵੀਡੀਓ ਤੱਕ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।